ਨਾਲ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਹੁਣ ਪੰਜਾਬ ਨੂੰ ਜਿਹੜੇ ਨੇ 2 ਉਪ ਮੁੱਖ ਮੰਤਰੀ ਮਿਲ ਸਕਦੇ ਨੇ। ਸੋ ਹੈਗੇ ਕੋਈ ਇਦਾਂ ਦੇ ਅਸਾਰ ਤੇ ਜੇ 2 ਉਪ ਮੁੱਖ ਮੰਤਰੀ ਬਣਦੇ ਨੇ ਤਾਂ ਕੌਣ? ਨਵਜੋਤ ਸਿੰਘ ਸਿੱਧੂ ਲਿਸਟ ਵਿੱਚ ਨੇ ਤਾਂ ਦੂਜੇ ਕੌਣ ਹੋ ਸਕਦੇ ਨੇ? ਕਿ ਕਿਸੇ ਦਲੀ ਦੇ ਉੱਤੇ ਕਾਰਡ ਖੇਡਿਆ ਜਾਏਗਾ? देखो बिल्कुल क्योंकि जे नवजोत सिंह सिद्धू ਨੂੰ ਇਹ ਕੁਰਸੀ ਨਾ ਨਵਾਜਿਆ ਜਾਂਦਾ ਔਰ ਦੇਖੋ ਸਭ ਤੋਂ ਵੱਡੀ ਡਿਮਾਂਡ ਤੇ ਨਵਜੋਤ ਸਿੰਘ ਸਿੱਧੂ ਦੀ ਸੀ ਕਿ ਉਹਨੂੰ ਹੋਮ ਮਿਨਿਸਟਰੀ ਦੇ ਦਿੱਤੀ ਜਾਏ, ਉਹਨੂੰ ਗ੍ਰਹਿ ਮੰਤਰਾਲਾ ਜਿਹੜਾ ਉਹ ਦੇ ਦਿੱਤਾ ਜਾਏ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਐਲਾਨ ਕੀਤਾ ਹੈ ਕਿ ਮੈਂ ਆਪੇ ਸਾਰੇ ਸਿੱਧੇ ਕਰ ਦੂੰ। ਮੈਂ ਅਕਾਲੀਆਂ ਤੇ ਖਾਸ ਤੌਰ ਤੇ ਇਸ਼ਾਰਾ ਕੀਤਾ ਸੀ ਨਵਜੋਤ ਸਿੰਘ ਸਿੱਧੂ ਦਾ। ਮੈਂ ਕਹਿੰਦਾ ਇੱਕ ਵਾਰੀ ਦੇ ਦੇਣਾ ਚਾਹੀਦਾ, ਦੇਖ ਲੈਣ ਕਿ ਜੇ ਕੋਰਟ ਨਹੀਂ ਕੁਝ ਕਰ ਸਕੀ ਤੇ ਇਹ ਕੀ ਕਰ ਲੈਣਗੇ। ਇੱਕ ਵਾਰੀ ਦੇ ਕੇ ਦੇਖ ਲੈਣਾ ਚਾਹੀਦਾ, ਸਾਰਾ ਨਿਤਾਰਾ ਆਪਣੇ ਆਪ ਹੋ ਜਾਏਗਾ ਔਰ ਇਹ ਸਭ ਤੋਂ ਵੱਡਾ ਪੱਤਾ ਹੋਏਗਾ ਸਿਆਸਤ ਦੇ ਵਿੱਚ। ਕਾਫੀ ਤਪਦੀ ਗਰਮੀ ਹੈ ਤੇ ਕਰੋਨਾ ਵਾਇਰਸ ਦਾ ਵੀ ਮਾਹੌਲ ਹੈ। ਅਜਿਹੇ ਦੇ ਵਿੱਚ ਦਿੱਲੀ ਦਰਬਾਰ ਦੇ ਵਿੱਚ ਜਿਹੜੀ ਹੈ ਬੜੀ ਗਹਿਮਾ ਗਹਿਮੀ ਚੱਲਦੀ ਪਈ ਹੈ। ਹਾਲਾਂਕਿ ਮੈਂਬਰਾਂ ਦੀ ਅਸੀਂ ਗੱਲ ਸੁਣ ਰਹੀ ਹੈ ਜਿਹੜੇ ਉੱਥੇ ਪਹੁੰਚੇ ਆ ਤੇ ਜਿਨ੍ਹਾਂ ਦਾ ਫੀਡਬੈਕ ਸਪੈਸ਼ਲੀ ਲਿਆ ਜਾ ਰਿਹਾ ਹੈ ਇਸ ਕਾਟੋ ਕਲੇਸ ਨੂੰ ਲੈ ਕੇ। ਸਹੀ ਤਰੀਕੇ ਨਾਲ ਕੋਈ ਵੀ ਖੁੱਲ੍ਹ ਕੇ ਬੋਲ ਨਹੀਂ ਰਿਹਾ। ਹਾਲਾਂਕਿ ਪੰਜਾਬ ਦੇ ਵਿੱਚ ਤਾਂ ਸਾਰੇ ਜਦੋਂ ਮੀਟਿੰਗਾਂ ਕਰ ਰਹੇ ਸੀ ਧੜੇਬੰਦੀ ਜਿਹੜੀ ਦੇਖਣ ਨੂੰ ਮਿਲ ਰਹੀ ਸੀ ਉਦੋਂ ਤਾਂ ਖੁੱਲ੍ਹ ਕੇ ਨਾਰਾਜ਼ਗੀ ਜਤਾ ਰਹੇ ਸੀ। ਹੁਣ ਕੈਮਰੇ ਸਾਹਮਣੇ ਕੋਈ ਖਾਸ ਕੁਝ ਬੋਲ ਨਹੀਂ ਰਿਹਾ। ਬਹੁਤ ਸਾਰੀਆਂ ਉਣਤਾਈਆਂ ਜਿਹੜੀਆਂ ਸਾਹਮਣੇ ਆਈਆਂ ਜਿਸ ਕਰਕੇ ਇੰਨੀਆਂ ਲੋਕਾਂ ਦੀ ਮੌਤ ਹੋਈ, ਭਾਵੇਂ ਉਹ ਸੈਂਟਰ ਦੀ ਸਰਕਾਰ ਹੋਏ ਭਾਵੇਂ ਉਹ ਸਟੇਟ ਗਵਰਨਮੈਂਟ ਹੋਵੇ। ਪਰ ਖੈਰ ਇਹ ਸਿਆਸਤ ਚੋਣਾਂ ਜਿਹੜੀਆਂ 2022 ਦੀਆਂ ਬਿਲਕੁਲ ਸਿਰ ਤੇ ਆ ਗਈਆਂ। ਇਸ ਕਰਕੇ ਇਹ ਜਿਹੜੀ ਆਪਸੀ ਜਿਹੜੀ ਖਿੱਚੋਤਾਣ ਹੈ ਪਾਰਟੀ ਦੀ, ਉਹ ਪਾਰਟੀ ਨੂੰ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਬਾਹਰ ਦੀਆਂ ਤਕਲੀਫਾਂ ਨਾਲ। ਕਿਉਂਕਿ ਨਾਰਾਜ਼ਗੀ ਦੇਖੀ ਜਾ ਰਹੀ ਹੈ। ਜਿਸ ਤਰੀਕੇ ਨਾਲ ਸੁਖਜਿੰਦਰ ਰੰਧਾਵਾ ਹੋਣਾ ਦੀ ਵੀ ਅਸੀਂ ਰਿਐਕਸ਼ਨਸ ਉਹਨਾਂ ਦੇ ਵੀ ਸੁਣਿਆ, ਉਹ ਸਾਫ਼ ਤੌਰ ਦੇ ਉੱਤੇ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆਇਆ। ਖੁੱਲ੍ਹ ਕੇ ਬੋਲੇ ਨਹੀਂ ਪਰ ਉਹਨਾਂ ਨੇ ਇਹ ਕਹਿ ਦਿੱਤਾ ਜੰਗ ਜਿਹੜੀ ਹੈ ਬੇਅਦਬੀ ਦੇ ਮਸਲੇ ਨੂੰ ਲੈ ਕੇ ਜਾਰੀ ਰਹੇਗੀ। ਸੋ ਜਿਹਦੇ 'ਚ ਕਾਫੀ ਸਾਰੀਆਂ ਚੀਜ਼ਾਂ ਵੱਲ ਇਸ਼ਾਰਾ ਕਰ ਰਹੇ ਨੇ। ਦੇਖੋ ਅਸਲੀ ਮੁੱਦਾ ਤਾਂ ਬੇਅਦਬੀ ਦਾ ਹੀ ਮੁੱਦਾ ਹੈ। ਜਿਹੜੇ ਹੋਰ ਬਹੁਤ ਸਾਰੀਆਂ ਗੱਲਾਂ, ਪ੍ਰਤਾਪ ਬਾਜਵਾ ਵੀ ਹੋਰ ਵੀ ਕਈ ਗੱਲਾਂ ਕਰਦੇ ਨਜ਼ਰ ਆਏ, ਡਰੱਗਸ ਦਾ ਲੈ ਲਓ, ਮਾਫੀਆ ਦਾ ਲੈ ਲਓ, ਹੋਰ ਕਈ ਗੱਲਾਂ ਕਰਦੇ ਨਜ਼ਰ ਆਏ। ਪਰ ਜ਼ਾਹਿਰ ਤੌਰ ਤੇ ਜਿਹੜਾ ਪ੍ਰਮੁੱਖ ਤੌਰ ਤੇ ਮੁੱਦਾ ਉਹ ਮੁੱਦਾ ਬੇਅਦਬੀ ਦਾ ਮੁੱਦਾ ਹੈ, ਜਿਸ ਕਰਕੇ ਜਿਹੜੇ ਤੀਰ ਹੈ ਉਹ ਛੱਡੇ ਗਏ। ਭਾਵੇਂ ਨਵਜੋਤ ਸਿੰਘ ਸਿੱਧੂ ਹੋਏ, ਭਾਵੇਂ ਸੁਖੀ ਰੰਧਾਵਾ ਹੈ, ਭਾਵੇਂ ਹੋਰ ਹੋਵੇ, ਜਿਹੜਾ ਲੜਾਈ ਦਾ ਜਿਹੜਾ ਮੁੱਖ ਧੁਰਾ ਉਹ ਇਹੀ ਹੈ। ਔਰ ਇਸੇ ਕਰਕੇ ਜਿਹੜੀ ਇਹ तमाम ਲੜਾਈ ਦਾ ਮੁੱਖ ਧੁਰਾ ਜਿਹੜਾ ਵਾ ਉਹ ਬੇਅਦਬੀ ਤਾਂ ਹੈ ਹੀ, ਉੱਤੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਵੀ ਬਣ ਗਿਆ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਜਿਨ੍ਹਾਂ ਕੈਨੇਡੀਅਨਸ ਦੀ ਜਾਂ ਹੋਰ ਕੰਟਰੀਜ਼ ਵਾਲਿਆਂ ਦੀ ਸਾਡੇ ਨਾਲ ਸਵੇਰ ਹੋਈ ਆ ਉਹਨਾਂ ਸਾਰਿਆਂ ਨੂੰ ਗੁੱਡ ਮਾਰਨਿੰਗ ਐਂਡ ਬਾਕੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਅੱਜ ਸੋਮਵਾਰ ਦਾ ਦਿਨ ਹੈ ਤੇ ਮੰਡੇ ਨੂੰ ਜਦੋਂ ਆਪਾਂ ਆਉਂਦੇ ਹਾਂ एनर्जी जी होंगी वो काफ़ी ज़्यादा होंगी है क्योंकि ऑलरेडी वीकेंड के उत्ते अपन गल्लां हो नहीं पांदियां मॉर्निंग शो दे विच। सो अज असीं जुड़े हां ते बहुत सारियां गल्लां करांगे, बहुत सारे अपडेट्स दे नाल। इनफैक्ट तुसीं वीकेंड ते सारियां ने की कुछ कीता तुसीं भी जरूर दस्सिओ और यही उम्मीद तुहाडे तो कीती जा सकदी है कि तुसीं सारियां ने सब तो पहलां तां वीकेंड दे उत्ते जिहड़ियां हदायतां ने उन्हां दी पालना जरूर कीती होएगी ते वैक्सीन जिन्हां ने नहीं लई वो वैक्सीन लैण लई जरूर गए होणगे। सो वैक्सीन ज़्यादा तो ज़्यादा लै लो ताकि पाबंदियां दे विच जिहड़ी आपां सारियां नूं ढिल मिल सके ते जिहड़ियां हुण गर्मियां दा मौसम आ रहा है ते गर्मियां दे विच जिहड़ी है खुले तरीके नाल आपां बाहर आ जा सकीए, एक दूजे नूं मिल जुल सकीए ते विद इन मतलब कैनेडा दे विच भी किते आपां जाना चाहुंदे आ, कैलगरी टोरंटो किते भी घुम्मण दी कोई तैयारी है तां ओह सरकारां आपां नूं तां ही परमिशन देणगीआं जाण दी जे वैक्सीन वध तो वध लोग लै लैन ते जिहड़े नियम ने उन्हां दी पालना करन। सो ये चीज़ां दा ख्याल जरूर रखिओ। इस तों इलावा भारत दे विच भी असीं सारे इंतजार कर रहे हैं भी फ्लाइटां भी किते ना किते खुल जाण। इंडिया जाण वाले कई लोग ने, इंडिया जिन्हां ने जाना है, सो इंडिया तो कईयां ने इत्थे भी आना हैगा, वो भी सारे इंतजार कर रहे हैं। कई स्टूडेंट्स वेट कर रहे हैं, कई PR वाले भी इस चीज़ का इंतजार कर रहे हैं कि फ्लाइटां खुल जाण ते असीं अपनी जाके कैनेडा दे विच स्टडी पूरी करिए, स्टडी वास्ते जाइए ते जिन्हां दी PR लगी हुई है वो भी इंडिया दे विच कई अजिहे लोग बैठे हुए हैं जिहड़े इंतजार कर रहे हैं कि फ्लाइट्स खुल जाण, ढिल मिल जाए पाबंदियां दे विच तां असीं जाके जिहड़ा कैनेडा दे विच अपनी लाइफ जिहड़ी आ स्टार्ट करिए ते अगे दे जिहड़े जो हर किसी दे प्लान हुंदे ने लाइफ दे वो सारे जिहड़े शुरू कर सकीए। सो इसलिए आपां सारिआं नूं इन्हां चीज़ां दा ख्याल रखना जिहड़ा है वो बहुत ज़्यादा जरूरी है। हालांकि भारत की जो कंडीशन की गल करिए तो हजे थोड़ा जिहा उत्थे माहौल जिहड़ा है करोना वायरस नूं लैके या फिर फंगस जिहड़ी आ रही है, काली फंगस अजिहे होर कई तरह के वेरीएंट जिहड़े ने उन्हां करके थोड़ी मुश्किल बनी हुई है, थोड़ा खतरा है अजे उत्थे जिहड़ी है सिचुएशन काबू दे विच नहीं है। सो हौली हौली सरकारां उत्थे दी भी कोशिश कर रही ने भी कुछ हो जाए, पर सरकारां कोशिश तां ही ज़्यादा तो ज़्यादा कर सकदियां ने जे सरकारां दा ध्यान आपसी जिहड़ी है जंग या आपसी पॉलिटिक्स है ਉਹਦੇ ਤੋਂ हट के जे वाकई बीमारियां नूं खत्म करने वाले पासे लगे, लोकां वाले पासे लगे भी लोकां दी हुण हैल्प करनी है तो वो किवें करनी है।
ਸਪੈਸ਼ਲੀ ਇਸ ਕ੍ਰਾਈਸਿਸ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਇਸ ਵੱਲ ਸਰਕਾਰਾਂ ਧਿਆਨ ਦੇਣ ਤਾਂ ਹੋ ਸਕਦਾ ਹੈ। ਕਿਉਂਕਿ ਹਜੇ ਜੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਜਿਹੜੀ ਸਰਕਾਰ ਹੈ, ਕੇਂਦਰ ਸਰਕਾਰ ਤੋਂ ਤਾਂ ਖੈਰ ਕਿਸੇ ਨੂੰ ਕੁਝ ਮਿਲਿਆ ਨਹੀਂ, ਉਹ ਕੁਝ ਨਹੀਂ ਹੋ ਰਿਹਾ। ਕੇਂਦਰ ਸਰਕਾਰ ਆਪਣੀ ਮਸਤ ਹੋਈ ਬੈਠੀ ਹੈ। ਸ਼ਾਇਦ ਉਹ ਜਿਹੜੇ ਆਪਣੇ ਜਿੰਨਾ ਵੀ ਹੁਣ ਤੱਕ ਦਾ ਕਾਰਜਕਾਲ ਪੂਰਾ ਕਰ ਚੁੱਕੀ ਹੈ, ਉਹਦੇ ਜਸ਼ਨ ਹੀ ਉਹਨਾਂ ਦੇ ਖਤਮ ਨਹੀਂ ਹੋ ਰਹੇ, ਉਹ ਜਸ਼ਨ ਮਨਾਉਣ 'ਚ ਲੱਗੀ ਹੈ, ਆਪਣੀ ਪਿੱਠ ਥਪਥਪਾਉਣ ਦੇ ਵਿੱਚ ਲੱਗੀ ਹੋਈ ਹੈ। ਤੇ ਜੇ ਪੰਜਾਬ ਸਰਕਾਰ ਤੋਂ ਉਮੀਦਾਂ ਲਗਾਈਆਂ ਜਾਣ ਤਾਂ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਆਪਣੇ ਹੀ ਕਹਿ ਲਓ ਕਾਟੋ ਕਲੇਸ਼ ਦੇ ਵਿੱਚ ਜਾਂ ਫਿਰ ਜਿਹੜਾ ਆਪਣਾ ਹੀ ਉਹਨਾਂ ਦਾ ਅੰਦਰੂਨੀ ਕਲੇਸ਼ਬਾਜ਼ੀ ਚੱਲੀ ਜਾਂਦੀ ਹੈ, ਖੁੰਦਕਬਾਜ਼ੀ ਚੱਲ ਰਹੀ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਉਹਦੇ ਵਿੱਚ ਬਿਜ਼ੀ ਨੇ। ਇਸ ਲਈ ਉਹਨਾਂ ਕੋਲ ਵੀ ਹਜੇ ਧਿਆਨ ਨਹੀਂ ਹੈਗਾ, ਨਾ ਇੰਨਾ ਵਕਤ ਹੈਗਾ ਵੀ ਉਹ ਲੋਕਾਂ ਦੇ ਬਾਰੇ ਵੀ ਸੋਚ ਲੈਣ ਵੀ ਲੋਕ ਜਿਹੜੇ ਇੰਤਜ਼ਾਰ ਕਰ ਰਹੇ ਨੇ, ਵੈਕਸੀਨ ਨਹੀਂ ਕਈਆਂ ਨੂੰ ਮਿਲ ਰਹੀ, ਟੀਕਿਆਂ ਦਾ ਕੁਝ ਪਤਾ ਨਹੀਂ ਚੱਲ ਰਿਹਾ, ਨਿਯਮ ਜਿਹੜੇ ਨੇ ਉਹ ਅੱਧੇ ਇੰਪਲੀਮੈਂਟ ਹੋ ਰਹੇ ਨੇ, ਅੱਧੇ ਹੋ ਨਹੀਂ ਰਹੇ, ਕਈਆਂ ਲਈ ਉਹ ਨਿਯਮ ਹੈਗੇ ਨੇ, ਕਈਆਂ ਲਈ ਹੈਗੇ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਉਲਝਣ ਜਿਹੜੀ ਹੈ ਉਹ ਬਣੀ ਹੋਈ ਹੈ। ਕਾਂਗਰਸ ਜਿਹੜੀ ਹੈ ਉਹ ਆਪਣੇ ਕਲੇਸ਼ ਦੇ ਚੱਕਰ ਦੇ ਵਿੱਚ ਦਿੱਲੀ ਡੇਰਾ ਲਗਾਈ ਬੈਠੀ ਹੈ, ਕਿਉਂਕਿ ਕਾਂਗਰਸ ਹਾਈ ਕਮਾਨ ਨੇ ਦਿੱਲੀ ਦੇ ਵਿੱਚ ਇਹਨਾਂ ਨੂੰ ਸੱਦਿਆ ਹੈ। ਅਸੀਂ ਸਾਰੇ ਕਈ ਦਿਨਾਂ ਤੋਂ ਜ਼ਿਕਰ ਕਰ ਹੀ ਰਹੇ ਹਾਂ ਇਸ ਟੌਪਿਕ ਦਾ ਕਿ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਕਲੇਸ਼ ਚੱਲ ਰਿਹਾ ਹੈ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ, ਉਸ ਨੂੰ ਲੈ ਕੇ ਜਿਹੜੇ ਕਾਫੀ ਕਾਂਗਰਸੀ ਆਗੂ ਜਿਹੜੇ ਨੇ ਉਹ ਕੈਪਟਨ ਸਾਹਿਬ ਦੇ ਖਿਲਾਫ ਹੋਏ ਬੈਠੇ ਨੇ ਕਿ ਕੈਪਟਨ ਸਾਹਿਬ ਨੇ ਜਿਹੜਾ ਸਖਤੀ ਨਹੀਂ ਵਰਤੀ, ਕਾਰਵਾਈ ਨਹੀਂ ਕੀਤੀ, ਸੋ ਉਹ ਆਪਣੀ ਹੀ ਸਰਕਾਰ ਦੇ ਖਿਲਾਫ ਹੋਏ ਪਏ ਨੇ। ਅੱਧਾ ਜਿਹੜੀ ਧੜੇਬੰਦੀ ਹੈ, ਗਰੁੱਪ ਜਿਹੜੇ ਨੇ ਉਹ ਕਾਫੀ ਬਣ ਚੁੱਕੇ ਨੇ। ਅੱਧੇ ਨਵਜੋਤ ਸਿੰਘ ਸਿੱਧੂ ਵਾਲੀ ਸਾਈਡ ਤੇ ਉਲਰੇ ਪਏ ਨੇ, ਅੱਧੇ ਕੈਪਟਨ ਸਾਹਿਬ ਵਾਲੀ ਬੋਲੀ ਬੋਲਦੇ ਨੇ। ਸੋ ਜਿਹੇ ਕਲੇਸ਼ ਨੂੰ ਲੈ ਕੇ ਕੈਪਟਨ ਦੀ ਵਜ਼ਾਰਤ ਦੇ ਕੋਲ ਵੀ ਵਕਤ ਨਹੀਂ ਹੈਗਾ ਵੀ ਲੋਕਾਂ ਦੀ ਸੁਣਵਾਈ ਕਰ ਲਈਏ, ਲੋਕਾਂ ਵੱਲ ਧਿਆਨ ਦੇ ਦਈਏ, ਆਪਸੀ ਕਲੇਸ਼ ਜਿਹੜਾ ਉਹਨੂੰ ਥੋੜੀ ਦੇਰ ਲਈ ਠੱਪ ਕਰ ਦਈਏ। ਪਰ ਸਰਕਾਰਾਂ ਦਾ ਇੱਕੋ ਹੀ ਨਾਰਾ ਹੁੰਦਾ ਹੈ, ਮੈਂ ਨਾ ਮਾਨੂੰ। ਸੋ ਉਸੇ ਜਿਹੜੀ ਹੈ ਕਹਿ ਸਕਦੇ ਹਾਂ ਵੀ ਗੱਲ ਦੇ ਉੱਤੇ ਕਾਂਗਰਸ ਵੀ ਚੱਲ ਰਹੀ ਹੈ। ਇਹਨਾਂ ਦਿਨਾਂ ਦੇ ਵਿੱਚ ਕਾਂਗਰਸ ਦੇ ਕਈ ਜਿਹੜੇ ਨੇ ਵਿਧਾਇਕ ਪਹੁੰਚੇ ਹੋਏ ਨੇ ਦਿੱਲੀ, ਡੇਰਾ ਲਗਾਈ ਬੈਠੇ ਨੇ। ਹਾਈ ਕਮਾਂਡ ਨੇ ਬੁਲਾਇਆ ਸਾਰਿਆਂ ਨੂੰ ਤੇ ਉੱਥੇ ਬਕਾਇਦਾ ਮੀਟਿੰਗ ਹੋ ਰਹੀ ਹੈ ਤੇ 3 ਦਿਨ ਦਾ ਜਿਹੜਾ ਹੈ ਕਹਿ ਰਹੇ ਨੇ ਕਿ ਵਾਰਤਾਲਾਪ ਦੇ ਵਿੱਚ ਵੱਖ-ਵੱਖ ਜਿਹੜੇ ਨੇ ਗਰੁੱਪਸ ਨੂੰ ਪੁੱਛਿਆ ਜਾਏਗਾ, ਜਿਹੜੇ ਸਪੈਸ਼ਲੀ ਸੱਦੇ ਗਏ ਨੇ ਮੈਂਬਰ, ਉਹਨਾਂ ਨੂੰ ਫੀਡਬੈਕ ਉਹਨਾਂ ਤੋਂ ਲਿਆ ਜਾ ਰਿਹਾ ਹੈ ਕਿ ਵੀ ਜਿਹੜਾ ਕਾਂਗਰਸ ਦਾ ਇਹ ਕਲੇਸ਼ ਹੈ ਇਹਨੂੰ ਨਿਬੇੜਨਾ ਕਿਵੇਂ ਹੈ, ਕੀ ਚੱਲ ਰਿਹਾ ਹੈ, ਕਿਵੇਂ ਹੁਣ ਇੱਥੇ ਜਿਹੜਾ ਹੈ ਅੱਗੇ ਇਸ ਡੈਮੇਜ ਨੂੰ ਕੰਟਰੋਲ ਕੀਤਾ ਜਾਏ। ਹੁਣ ਉਸ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਹੋ ਸਕਦਾ ਹੈ, ਜੋ ਜਾਣਕਾਰੀ ਹੁਣ ਤੱਕ ਮਿਲੀ, ਵੈਸੇ ਤਾਂ ਜਿੰਨੇ ਮੈਂਬਰ ਉੱਥੇ ਪਹੁੰਚੇ ਹੋਏ ਸੀ ਅਸੀਂ ਉਹਨਾਂ ਦਾ ਤੁਹਾਨੂੰ ਬਿਆਨ ਜ਼ਰੂਰ ਸੁਣਵਾਵਾਂਗੇ ਕਿ ਉਹ ਕੀ ਕਹਿ ਰਹੇ ਨੇ। ਅੱਧਿਆਂ ਨੇ ਤਾਂ ਖੈਰੇ ਮਨਾ ਹੀ ਕਰ ਦਿੱਤਾ ਵੀ ਅਸੀਂ ਇੱਥੇ ਕਿਉਂ ਆਏ ਹੋਏ, ਕਿਸੇ ਡੈਮੇਜ ਕੰਟਰੋਲ ਦੀ ਗੱਲ ਨਹੀਂ ਹੋ ਰਹੀ, ਅਸੀਂ ਤਾਂ ਇੱਥੇ ਚੋਣਾਂ ਕਰਕੇ ਆਏ ਹੋਏ ਹਾਂ, ਚੋਣਾਂ ਲਈ ਸਾਨੂੰ ਬੁਲਾਇਆ ਗਿਆ ਹਾਈ ਕਮਾਂਡ ਦੇ ਵੱਲੋਂ। ਕਿਉਂਕਿ ਜਿਹੜੀ ਅੰਦਰ ਗੱਲਬਾਤ ਚੱਲ ਰਹੀ ਹੈ ਉਹਨੂੰ ਹਜੇ ਖੁੱਲ੍ਹ ਕੇ ਜਿਹੜੀ ਕੈਮਰੇ ਅੱਗੇ ਸਾਰੇ ਨਹੀਂ ਦੱਸ ਰਹੇ ਨੇ ਤੇ ਉਹ ਸੁਣਾਵਾਂਗੇ ਤੁਹਾਨੂੰ ਕੀ ਮੈਂਬਰ ਕਰ ਰਹੇ ਨੇ। ਇਸ ਤੋਂ ਇਲਾਵਾ ਜੋ ਹਾਲਾਤ ਬਣੇ ਹੋਏ ਨੇ ਉਹ ਇਹ ਜ਼ਰੂਰ ਇਸ਼ਾਰਾ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿ 2 ਉਪ ਮੁੱਖ ਮੰਤਰੀ ਹੋਣ। 2 ਉਪ ਮੁੱਖ ਮੰਤਰੀ ਹੋਣਗੇ ਤਾਂ ਉਹ ਕੌਣ ਹੋਣਗੇ ਤੇ ਉਹ ਲਗਾਉਣੇ ਕਿਉਂ ਪੈਣਗੇ, ਇਸ ਦੇ ਉੱਤੇ ਵੀ ਵੱਡਾ ਸਵਾਲ ਹੈ। ਔਰ ਇਸ ਦੇ ਉੱਤੇ ਤੁਸੀਂ ਸਾਰੇ ਵੀ ਜਿਹੜੀ ਹੈ ਆਪਣੀ ਰਾਏ, ਤੁਹਾਡੀ ਆਪਣੀ ਸਲਾਹ ਇਸ ਤੇ ਕੀ ਹੈ ਉਹ ਜ਼ਰੂਰ ਰੱਖਿਓ। ਫੋਨ ਕਾਲਸ ਦੇ ਜ਼ਰੀਏ ਮੈਨੂੰ ਜ਼ਰੂਰ ਦੱਸਣਾ ਕਿ ਤੁਸੀਂ ਇਸ ਬਾਬਤ ਕੀ ਸੋਚਦੇ ਹੋ ਵੀ ਜੇ ਪੰਜਾਬ ਦੇ ਵਿੱਚ 2 ਉਪ ਮੁੱਖ ਮੰਤਰੀ ਹੋ ਜਾਣ ਤਾਂ ਕੀ ਹੋਏਗਾ, ਕਿ ਉਹ ਸਹੀ ਫੈਸਲਾ ਹੋਏਗਾ ਜਾਂ ਬੜਾ ਉਲਝਣ ਵਾਲਾ ਫੈਸਲਾ ਹੋਏਗਾ, ਜਾਂ ਫਿਰ ਕੰਮ ਕਿਵੇਂ ਹੋ ਸਕਦਾ ਹੈ। ਔਰ ਸੈਕੰਡਲੀ ਕਿ ਜੇ 2 ਉਪ ਮੁੱਖ ਮੰਤਰੀ ਹੋਣਗੇ ਤਾਂ ਉਹ ਕੌਣ ਹੋਣਗੇ, ਕੀ ਨਵਜੋਤ ਸਿੰਘ ਸਿੱਧੂ ਹੀ ਹੋਣਗੇ ਨਾਲ, ਤੇ ਜੇ ਦੂਜਾ ਕੋਈ ਹੋਏਗਾ ਤਾਂ ਕੀ ਕੋਈ ਦਲਿਤ ਕਾਰਡ ਕਾਂਗਰਸ ਦੇ ਵੱਲੋਂ ਵੀ ਖੇਡਿਆ ਜਾ ਸਕਦਾ ਹੈ। ਇਸ ਤੇ ਜਿਹੜੀ ਆ ਆਪਣੀ ਰਾਏ ਜ਼ਰੂਰ ਦੇਣਾ। ਰਾਜੇਸ਼ ਗਿੱਲ ਜੀ ਮੇਰੇ ਨਾਲ ਥੋੜੀ ਦੇਰ ਤੱਕ ਜ਼ਰੂਰ ਜੁੜ ਰਹੇ ਨੇ, ਉਹਨਾਂ ਨਾਲ ਇਸ ਬਾਬਤ ਗੱਲਬਾਤ ਕਰਾਂਗੇ। ਪਹਿਲਾਂ ਸੁਣਾ ਦਈਏ ਕਿ ਜਿਹੜੇ MLA ਜਿਹੜੇ ਵਿਧਾਇਕ ਜਿਹੜੇ ਪਹੁੰਚੇ ਹੋਏ ਨੇ ਦਿੱਲੀ ਦਰਬਾਰ ਦੇ ਵਿੱਚ, ਉਹ ਆਖਿਰਕਾਰ ਕਾਂਗਰਸ ਡੈਮੇਜ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਉਸ ਨੂੰ ਲੈ ਕੇ ਕੀ ਕੁਝ ਕਹਿ ਰਹੇ ਨੇ, ਪਹਿਲਾਂ ਇਹ ਸੁਣ ਲੈਂਦੇ ਹਾਂ। ਮਾਨ ਦੇ ਬੁਲਾਵੇ ਤੇ ਇੱਥੇ ਪਹੁੰਚੇ ਆ ਤੇ ਅੰਦਰ ਜਾ ਕੇ ਕੀ ਪੁੱਛਦਾ ਸੁਣਦੀ ਆ ਉਹਦੇ ਬਾਰੇ ਤਾਂ ਨਹੀਂ ਮੈਂ ਤੁਹਾਨੂੰ ਕੁਝ ਕਹਿ ਸਕਦਾ ਹਜੇ। ਕਲੇਸ਼ ਨਹੀਂ ਹੈਗਾ ਕਿਸੇ ਗੱਲ ਦਾ, ਸਭ ਕੁਝ ਠੀਕ ਹੈ। ਕਾਂਗਰਸ ਪਾਰਟੀ ਜਿਹੜੀ ਆ ਯੂਨਾਈਟਿਡਲੀ ਕੰਮ ਕਰ ਰਹੀ ਆ ਔਰ ਕੋਈ ਇਹਦੇ ਵਿੱਚ ਸ਼ੰਕੇ ਵਾਲੀ ਗੱਲ ਨਹੀਂ, ਕੋਈ ਲੜਾਈ ਝਗੜਾ ਨਹੀਂ, ਸਭ ਕੁਝ ਠੀਕ ਹੈ। ਦੇਖੋ ਬੇਅਦਬੀ ਦਾ ਜਿਹੜਾ ਮਸਲਾ ਉਹ ਕਿਸੇ ਇੱਕ ਇੰਡੀਵਿਜੂਅਲ ਕਿਸੇ ਬੰਦੇ ਦਾ ਨਹੀਂ, ਉਹ ਸਾਰੇ ਪੰਜਾਬੀਆਂ ਦਾ ਔਰ ਪੂਰੇ ਵਿਸ਼ਵ ਦੇ ਅੰਦਰ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅਥਾਹ ਵਿਸ਼ਵਾਸ ਰੱਖਣ ਵਾਲੇ ਲੋਕ ਨੇ, ਇਹ ਉਹਨਾਂ ਦਾ ਮਸਲਾ। ਔਰ ਇਹਦੇ ਵਿੱਚ ਕਾਂਗਰਸ ਦੀ ਜਿਹੜੀ ਸਰਕਾਰ ਆ ਉਹ ਹੱਲ ਕਰਨ ਦੇ ਵਿੱਚ ਲੱਗੀ ਹੋਈ ਆ। ਔਰ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਦੂਸਰੇ ਧਿਰ ਆ ਉਹਨਾਂ ਦੇ ਵੀ ਹੱਥ ਬਹੁਤ ਲੰਬੇ ਨੇ, ਉਹਨਾਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਔਰ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਆ ਕਿ ਇਸ ਕੇਸ ਨੂੰ ਲਿੰਗਰ ਆਨ ਕੀਤਾ ਜਾਵੇ, ਟਾਈਮ ਬਾਏ ਕੀਤਾ ਜਾਵੇ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਫਿਜ਼ਲ ਆਊਟ ਕੀਤਾ ਜਾਵੇ। ਪਰ ਸਾਡੀ ਸਰਕਾਰ ਇਨਸਾਫ ਜਿਹੜੀ ਆ ਉਹ ਲੈ ਕੇ ਰਹੂਗੀ, ਅਸੀਂ ਉਹਦੇ ਲਈ वचनबद्ध। पार्टी में विवाद चलते होंगे आ, पार्टी में विवाद पार्टी ਉਹਨੂੰ एकमत करती होंगी आ। ये पार्टी का फर्ज होंगे। पार्टी एक
ਪਰਿਵਾਰ ਹੁੰਦਾ। ਵੱਡਾ ਪਰਿਵਾਰ ਹੈ, ਤੁਹਾਨੂੰ ਪਤਾ ਘਰ ਦੇ 4 ਨਿਆਣੇ ਹੋਣ ਉਹ ਖੜਕ ਪੈਂਦੇ ਨੇ, ਤੇ ਏਡਾ ਵੱਡਾ ਪਰਿਵਾਰ ਦੇ ਵਿੱਚ ਹੋ ਜਾਂਦੀ ਮਾੜੀ ਮੋਟੀ ਗੱਲ। ਇਲੈਕਸ਼ਨ ਦੇ ਸੰਬੰਧ 'ਚ ਹੋ ਰਹੀ ਹੈ, ਇਹਨੂੰ ਕੀ ਰੰਗ ਦਿੱਤਾ ਜਾ ਰਿਹਾ, ਕੀ ਕਿਹਾ ਜਾ ਸਕਦਾ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਮੈਂ ਤਾਂ ਇੱਕ ਕਾਂਗਰਸ ਦਾ ਇੱਥੇ ਸਿਪਾਹੀ ਹੋਣ ਦੇ ਨਾਤੇ ਇੱਕ MLA ਲੋਕਾਂ ਨੇ ਬਣਾਇਆ, ਉਸ ਕਰਕੇ ਇੱਥੇ ਆਇਆ ਸੀ। ਔਰ ਕੋਈ ਐਸੀ ਗੱਲ ਮੈਨੂੰ ਲੱਗੀ ਨਹੀਂ ਵੀ ਕੋਈ 2 ਪਾਰਟੀਆਂ 'ਚ ਵਿਵਾਦ ਆ। ਅੱਜ ਸਾਨੂੰ ਬੁਲਾਇਆ, ਕੱਲ੍ਹ ਉਹਨਾਂ ਨੂੰ ਬੁਲਾ ਲੈਣਗੇ ਦੂਸਰੇ ਸਾਥ। ਬੜੀ ਸਪਸ਼ਟ ਜਿਹੀ ਗੱਲ ਕਹਿਣੀ ਚਾਹੁੰਦਾ ਤੁਹਾਨੂੰ, ਕਮੇਟੀਆਂ ਹਮੇਸ਼ਾ ਬਣਦੀਆਂ, ਕਮੇਟੀ ਨੂੰ ਕਦੇ ਵੀ ਰੋਕਿਆ ਨਹੀਂ ਜਾਂਦਾ। ਜਦੋਂ ਵੀ ਇਲੈਕਸ਼ਨ ਆਉਂਦਾ ਆ ਤੇ ਕਮੇਟੀ ਬਣਦੀ ਆ, ਔਰ ਕਮੇਟੀ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਹਾਈ ਕਮਾਂਡ ਨੇ ਕਮੇਟੀ ਬਣਾਈ ਆ, ਔਰ ਹਾਈ ਕਮਾਂਡ ਉਹਦਾ ਜਾਣਨਾ ਚਾਹੁੰਦੀ ਵੀ ਅਸੀਂ ਕਿਸ ਤਰੀਕੇ ਨਾਲ ਜਿੱਤ ਸਕਦੇ ਹਾਂ ਔਰ ਕਿਹੜੇ ਕੰਮ ਦੀ ਜ਼ਰੂਰਤ ਆ ਔਰ ਕਿਵੇਂ ਕਰਨਾ ਚਾਹੀਦਾ। ਇਹ ਇਕੱਲੀ ਕਾਂਗਰਸ ਨਹੀਂ ਕਰ ਰਹੀ, ਇਹ ਜਿਹੜਾ ਕਰ ਰਹੇ ਆ ਸਾਰੀਆਂ ਪਾਰਟੀਆਂ ही कर रही हैं, चाहे वो आप पार्टी है, चाहे अकाली है, चाहे कोई भी है। सर माफ़ करना, मैंने आपको आज मायूस करना है कि देयर इज़ नथिंग टू रिपोर्ट, कुछ कहने के लिए कुछ नहीं है। आई हैव नो कमेंट टू मेक। ਸੋ ਰਾਜੇਸ਼ ਗਿੱਲ ਜੀ ਸਾਡੇ ਨਾਲ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਇਸ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ, ਤੇ ਕਾਲਰਸ ਜਿਹੜੇ ਨੇ ਉਹ ਕਾਲ ਕਰ ਸਕਦੇ ਨੇ ਤੇ ਆਪਣੀ ਰਾਏ ਜਿਹੜੀ ਹੈ ਇਸ ਸੰਬੰਧੀ ਜ਼ਰੂਰ ਦੇਣ। ਰਾਜੇਸ਼ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਾਜੇਸ਼ ਜੀ, ਕਾਫੀ ਤਪਦੀ ਗਰਮੀ ਹੈ ਤੇ ਕਰੋਨਾ ਵਾਇਰਸ ਦਾ ਵੀ ਮਾਹੌਲ ਹੈ। ਅਜਿਹੇ ਦੇ ਵਿੱਚ ਦਿੱਲੀ ਦਰਬਾਰ ਦੇ ਵਿੱਚ ਜਿਹੜੀ ਹੈ ਬੜੀ ਗਹਿਮਾ ਗਹਿਮੀ ਚੱਲਦੀ ਪਈ ਹੈ। ਹਾਲਾਂਕਿ ਮੈਂਬਰਾਂ ਦੀ ਅਸੀਂ ਗੱਲ ਸੁਣ ਰਹੀ ਹੈ ਜਿਹੜੇ ਉੱਥੇ ਪਹੁੰਚੇ ਆ ਤੇ ਜਿਨ੍ਹਾਂ ਦਾ ਫੀਡਬੈਕ ਸਪੈਸ਼ਲੀ ਲਿਆ ਜਾ ਰਿਹਾ ਹੈ ਇਸ ਕਾਟੋ ਕਲੇਸ ਨੂੰ ਲੈ ਕੇ, ਤੇ ਸਹੀ ਤਰੀਕੇ ਨਾਲ ਕੋਈ ਵੀ ਖੁੱਲ੍ਹ ਕੇ ਬੋਲ ਨਹੀਂ ਰਿਹਾ। ਹਾਲਾਂਕਿ ਪੰਜਾਬ ਦੇ ਵਿੱਚ ਤਾਂ ਸਾਰੇ ਜਦੋਂ ਮੀਟਿੰਗਾਂ ਕਰ ਰਹੇ ਸੀ, ਧੜੇਬੰਦੀ ਜਿਹੜੀ ਦੇਖਣ ਨੂੰ ਮਿਲ ਰਹੀ ਸੀ, ਉਦੋਂ ਤਾਂ ਖੁੱਲ੍ਹ ਕੇ ਨਾਰਾਜ਼ਗੀ ਜਤਾ ਰਹੇ ਸੀ। ਹੁਣ ਕੈਮਰੇ ਸਾਹਮਣੇ ਕੋਈ ਖਾਸ ਕੁਝ ਬੋਲ ਨਹੀਂ ਰਿਹਾ। ਦੇਖੋ, ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਜਿੱਦਾਂ ਦਾ ਇਸ ਵੇਲੇ ਮਾਹੌਲ ਹੈ, ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਹੈ, ਬਹੁਤ ਮਾੜਾ ਸਮਾਂ ਚੱਲ ਰਿਹਾ ਹੈ, ਲੋਕਾਂ ਵਾਸਤੇ ਬੜੀ ਮੁਸ਼ਕਲ ਜ਼ਿੰਦਗੀ ਹੋ ਚੁੱਕੀ ਹੈ। ਔਰ ਸੱਤਾਧਾਰੀ ਧਿਰ ਜਦੋਂ ਇਹਨਾਂ ਉਲਝਣਾਂ ਦੇ ਵਿੱਚ ਫਸੀ ਹੋਏ ਔਰ ਇਹਨਾਂ ਉਲਝਣਾਂ ਦੇ ਵਿੱਚ ਦਿੱਲੀ ਡੇਰਾ ਲਾ ਕੇ ਬੈਠੀ ਹੋਏ, ਤੇ ਉਹ ਉਸ ਵੇਲੇ ਆਮ ਲੋਕਾਂ ਦਾ ਕੀ ਹੋ ਸਕਦਾ ਇਹ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਕਿਉਂਕਿ ਪਹਿਲਾਂ ਹੀ ਬਹੁਤ ਸਾਰੀਆਂ ਉਣਤਾਈਆਂ ਜਿਹੜੀਆਂ ਸਾਹਮਣੇ ਆਈਆਂ ਜਿਸ ਕਰਕੇ ਇੰਨੀਆਂ ਲੋਕਾਂ ਦੀ ਮੌਤ ਹੋਈ, ਭਾਵੇਂ ਉਹ ਸੈਂਟਰ ਦੀ ਸਰਕਾਰ ਹੋਏ, ਭਾਵੇਂ ਉਹ ਸਟੇਟ ਗਵਰਨਮੈਂਟ ਹੋਵੇ। ਪਰ ਖੈਰ, ਇਹ ਸਿਆਸਤ ਹੈ, ਸਿਆਸਤ ਦੇ ਵਿੱਚ ਸਭ ਕੁਝ ਚੱਲਦਾ ਹੈ। ਔਰ ਕਿਉਂਕਿ ਚੋਣਾਂ ਜਿਹੜੀਆਂ 2022 ਦੀਆਂ ਬਿਲਕੁਲ ਸਿਰ ਤੇ ਆ ਗਈਆਂ, ਇਸ ਕਰਕੇ ਇਹ ਜਿਹੜੀ ਆਪਸੀ ਜਿਹੜੀ ਖਿੱਚੋਤਾਣ ਹੈ ਪਾਰਟੀ ਦੀ, ਉਹ ਪਾਰਟੀ ਨੂੰ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਬਾਹਰ ਦੀਆਂ ਤਕਲੀਫਾਂ ਨਾਲ। ਕਿ ਪਾਰਟੀ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਬਹੁਤ ਇੱਕ ਘਮਾਸਾਨ ਜਿਹਨੂੰ ਕਹਿੰਦੇ ਆ ਉਹ ਮਚਿਆ ਹੈ। ਤੇ ਉਸ ਚੀਜ਼ ਨੂੰ ਲੈ ਕੇ, ਉਸ ਰਿੜਕੇ ਨੂੰ ਮੁਕਾਉਣ ਵਾਸਤੇ ਇਹ ਜਿਹੜੀ ਮੀਟਿੰਗ ਰੱਖੀ ਗਈ ਹੈ। ਤੇ ਇਸ ਦੇ ਵਿੱਚ ਠੀਕ ਹੈ, ਫੇਜ਼ ਵਾਈਜ਼ ਇਹਨਾਂ ਨੇ MLAs ਔਰ ਮੰਤਰੀ ਸਾਰੇ ਉੱਥੇ ਸੱਦਣੇ ਨੇ, ਸਾਰਿਆਂ ਨਾਲ ਗੱਲਬਾਤ ਕਰਨੀ ਹੈ, ਸਾਰਿਆਂ ਦੀ ਰਾਏ ਲੈਣੀ ਹੈ, ਰਾਏ ਲਈ ਜਾ ਰਹੀ ਹੈ। ਅੱਜ ਵੀ ਬਹੁਤ ਸਾਰੇ ਜਿਹੜੇ ਵਿਧਾਇਕ ਮੰਤਰੀ ਉਹਨਾਂ ਨੇ ਰਾਏ ਦਿੱਤੀ। ਔਰ ਮੀਡੀਆ ਸਾਹਮਣੇ ਚੁੱਪੀ ਇਸ ਕਰਕੇ ਵਰਤੀ ਹੋਈ ਹੈ ਕਿਉਂਕਿ ਅੰਦਰੋਂ ਹਦਾਇਤ ਕਰਕੇ ਭੇਜਿਆ ਜਾ ਰਿਹਾ ਔਰ ਹਦਾਇਤ ਦੇ ਕੇ ਹੀ ਬੁਲਾਇਆ ਗਿਆ ਕਿ ਤੁਸੀਂ ਮੀਡੀਆ ਸਾਹਮਣੇ ਕੋਈ ਗੱਲ ਨਹੀਂ ਕਰਨੀ। ਅੰਦਰ ਦੀਆਂ ਗੱਲਾਂ ਬਹੁਤ ਕਰ ਚੁੱਕੇ, ਅੰਦਰ ਦੀ ਜਿਹੜੀ ਉਹ ਖਿੱਦੋ ਖੇਡ ਆ ਉਹ ਬਹੁਤ ਜ਼ਿਆਦਾ ਬਾਹਰ ਜਿਹੜੀ ਆ ਲੀਰਾ ਹੋ ਰਹੀ ਹੈ। ਇਸ ਕਰਕੇ ਇਹਨੂੰ ਥੋੜਾ ਜਿਹਾ ਥੋੜਾ ਟਾਈਮ ਸਾਨੂੰ ਦੇ ਦਿਓ। ਜਿਹੜੇ 3 ਮੈਂਬਰੀ ਕਮੇਟੀ ਬਣਾਈ ਹੈ ਉਹਨਾਂ ਦਾ ਇਹ ਕਹਿਣਾ ਕਿ ਥੋੜਾ ਜਿਹਾ ਸਮਾਂ ਸਾਨੂੰ ਦੇ ਦਿਓ, ਸਾਨੂੰ ਹੁਣ ਆਪਣਾ ਹੀਲਾ ਵਰਤ ਲੈਣ ਦਿਓ, ਤੇ ਉਸ ਤੋਂ ਬਾਅਦ ਤੁਸੀਂ ਜੋ ਕਰਨਾ ਹੋਏਗਾ ਕਰ ਦਿਓ। ਇਸ ਤਰ੍ਹਾਂ ਹੀ ਕਰਦੇ ਹਾਂ ਅਸੀਂ, ਜਦੋਂ ਨਿਆਣਿਆਂ ਨੂੰ ਚੁੱਪ ਕਰਾਉਣਾ ਹੈ ਇਸ ਤਰ੍ਹਾਂ ਹੀ ਕਰਦੇ ਕਿ ਥੋੜਾ ਜਿਹਾ ਟਾਈਮ ਸਾਨੂੰ ਦੇ ਦਿਓ। ਇਹੀ ਹੋ ਰਿਹਾ ਕਿ ਉੱਥੇ ਹੁਣ ਸਾਰਿਆਂ ਦੀ ਗੱਲ ਸੁਣੀ ਜਾ ਰਹੀ ਹੈ, ਸਾਰੇ ਆਪਣੇ ਆਪਣੇ ਪੱਖ ਰੱਖ ਰਹੇ ਨੇ। ਪਰ ਦੇਖੋ, ਦੇਖਣ ਵਾਲੀ ਗੱਲ ਇਹ ਹੈ ਕਿ ਜਿੰਨੇ ਵੀ ਵਿਧਾਇਕ, ਕੈਬਨਿਟ ਮੰਤਰੀ ਜਾਂ ਹੋਰ ਅੰਦਰ ਜਾ ਰਹੇ ਨੇ, ਉਹ ਬਾਹਰ ਜਦੋਂ ਆ ਰਹੇ ਨੇ ਤੇ ਉਹਨਾਂ ਦੇ ਜਿਹੜੇ ਚਿਹਰੇ ਆ ਉਹ ਉਹਨੇ ਸੰਤੋਸ਼ ਵਾਲੇ ਜਾਂ ਉਹ ਚੀਜ਼ ਨਜ਼ਰ ਨਹੀਂ ਆ ਰਹੀ ਜਿਹਦੇ ਵਿੱਚ ਇੱਕ ਸੰਤੋਸ਼ ਜ਼ਾਹਿਰ ਹੁੰਦਾ ਹੈ, ਜਾਂ ਜੇ ਕੋਈ ਗੁਬਾਰ ਕੱਢ ਕੇ ਆਪਣਾ ਬਾਹਰ ਹੁੰਦਾ, ਉਹ ਚੀਜ਼ਾਂ ਜਿਹੜੀਆਂ ਨਜ਼ਰ ਨਹੀਂ ਆ ਰਹੀਆਂ। ਔਰ ਇਹ ਵੀ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਇਹ 1 2 3 ਮੀਟਿੰਗਾਂ ਦੇ ਵਿੱਚ ਮਸਲਾ ਹੱਲ ਹੋਣ ਵਾਲਾ ਨਹੀਂ ਹੈ। ਬਿਲਕੁਲ, ਕਿਉਂਕਿ ਨਾਰਾਜ਼ਗੀ ਦੇਖੀ ਜਾ ਰਹੀ ਹੈ। ਜਿਸ ਤਰੀਕੇ ਨਾਲ ਸੁਖਜਿੰਦਰ ਰੰਧਾਵਾ ਹੋਣਾ ਦੀ ਵੀ ਅਸੀਂ ਰਿਐਕਸ਼ਨਸ ਉਹਨਾਂ ਦੇ ਵੀ ਸੁਣਿਆ, ਉਹ ਸਾਫ਼ ਤੌਰ ਦੇ ਉੱਤੇ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆਇਆ। ਖੁੱਲ੍ਹ ਕੇ ਬੋਲੇ ਨਹੀਂ, ਪਰ ਉਹਨਾਂ ਨੇ ਇਹ ਕਹਿ ਦਿੱਤਾ ਜੰਗ ਜਿਹੜੀ ਹੈ ਬੇਅਦਬੀ ਦੇ ਮਸਲੇ ਨੂੰ ਲੈ ਕੇ ਜਾਰੀ ਰਹੇਗੀ। ਸੋ ਜਿਹਦੇ 'ਚ ਕਾਫੀ ਸਾਰੀਆਂ ਚੀਜ਼ਾਂ ਵੱਲ ਇਸ਼ਾਰਾ ਕਰ ਰਹੇ ਨੇ। ਦੇਖੋ, ਅਸਲੀ ਮੁੱਦਾ ਤਾਂ ਬੇਅਦਬੀ ਦਾ ਹੀ ਮੁੱਦਾ ਹੈ। ਜਿਹੜੇ ਹੋਰ ਬਹੁਤ ਸਾਰੀਆਂ ਗੱਲਾਂ, ਪ੍ਰਤਾਪ ਬਾਜਵਾ ਵੀ ਹੋਰ ਵੀ ਕਈ ਗੱਲਾਂ ਕਰਦੇ ਨਜ਼ਰ ਆਏ, ਡਰੱਗਸ ਦਾ ਲੈ ਲਓ, ਮਾਫੀਆ ਦਾ ਲੈ ਲਓ, ਹੋਰ ਕਈ ਗੱਲਾਂ ਕਰਦੇ ਨਜ਼ਰ ਆਏ। ਪਰ ਜ਼ਾਹਿਰ ਤੌਰ ਤੇ ਜਿਹੜਾ ਪ੍ਰਮੁੱਖ ਤੌਰ ਤੇ ਮੁੱਦਾ, ਉਹ ਮੁੱਦਾ ਬੇਅਦਬੀ ਦਾ ਮੁੱਦਾ ਹੈ, ਜਿਸ ਕਰਕੇ ਜਿਹੜੇ ਤੀਰ ਆ ਉਹ ਛੱਡੇ ਗਏ। ਭਾਵੇਂ ਨਵਜੋਤ ਸਿੰਘ ਸਿੱਧੂ ਹੋਏ, ਭਾਵੇਂ ਸੁਖੀ ਰੰਧਾਵਾ ਹੈ, ਭਾਵੇਂ ਹੋਰ ਹੋਵੇ, ਜਿਹੜਾ ਲੜਾਈ ਦਾ ਜਿਹੜਾ ਮੁੱਖ ਧੁਰਾ ਉਹ ਇਹੀ ਹੈ। ਔਰ ਇਸੇ ਕਰਕੇ ਜਿਹੜੀ ਇਹ ਤਮਾਮ ਲੜਾਈ ਦਾ ਮੁੱਖ ਧੁਰਾ ਜਿਹੜਾ ਵਾ
ਉਹ ਬੇਅਦਬੀ ਤਾਂ ਹੈ ਹੀ, ਉਹਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਵੀ ਬਣ ਗਿਆ ਕਿ ਹੁਣ ਉਹ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਹੜੀ ਮੀਟਿੰਗ ਇਸ ਵੇਲੇ ਹੋ ਰਹੀ ਆ, ਮੀਟਿੰਗ ਤੋਂ ਪਹਿਲਾਂ ਹਰੀਸ਼ ਰਾਵਤ ਨੇ ਇੱਕ ਗੱਲ ਸਾਫ਼ ਕਰ ਦਿੱਤੀ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਕੁਐਸਚਨ ਕਰਨ ਵਾਸਤੇ ਇਹ ਮੀਟਿੰਗਾਂ ਨਹੀਂ ਸੱਦੀਆਂ ਗਈਆਂ। ਉਹਨੂੰ ਮਤਲਬ ਕੋਈ ਬਦਲਾਅ ਦੀ ਜਿਹੜਾ ਏਜੰਡਾ ਉਹ ਨਹੀਂ ਰੱਖਿਆ ਗਿਆ ਕਿਸੇ ਕਿਸਮ ਦਾ। ਇਹ ਮੀਟਿੰਗ ਜ਼ਰੂਰ ਸੱਦੀ ਗਈ ਹੈ, ਇਹਦੇ ਵਿੱਚ ਜਿਹੜੇ ਆਪਸੀ ਖਿੱਚੋਤਾਣ ਹੈ ਉਹਨੂੰ ਦੂਰ ਕਰਨ ਵਾਸਤੇ ਰੱਖੀ ਗਈ ਹੈ। ਜੇ ਕਿਸੇ ਮੁੱਦੇ ਤੇ ਕੋਈ ਬਿਆਨਾ ਦੇ ਰਿਹਾ ਤੇ ਉਹਨੂੰ ਇਹ ਕਿਹਾ ਗਿਆ ਕਿ ਤੂੰ ਆਹ ਜਿਹੜੀ ਕਮੇਟੀ ਬਣੀ ਹੈ ਇਹਦੇ ਅੱਗੇ ਆ ਕੇ ਬਿਆਨ ਦੇ, ਇਹਦੇ ਅੱਗੇ ਆਪਣੀ ਆ ਕੇ ਗੱਲ ਰੱਖ, ਨਾ ਕਿ ਖੁੱਲੇ ਤੌਰ ਤੇ। ਹੁਣ ਜੇ ਮੰਨ ਲਓ ਜਿੰਨੇ ਵੀ ਲੀਡਰਸ ਨੇ, ਇਹ ਮੈਂ ਬੜੀ ਵੱਡੀ ਗੱਲ ਕਹਿਣ ਲੱਗਾ ਕਿ ਜਿਹੜੇ ਜਿੰਨੇ ਵੀ ਲੀਡਰਸ ਨੇ ਮੰਨ ਲਓ ਇਹ ਇੱਥੇ ਪਹੁੰਚੇ ਨੇ, ਮੁੱਖ ਮੁੱਦਾ ਜਿਹੜਾ ਮੁੱਖ ਧੁਰਾ ਜਿਹੜਾ ਉਹ ਪੂਰੇ ਤਮਾਮ ਪੰਜਾਬੀਆਂ ਦੀ ਇਮੋਸ਼ਨਸ ਨਾਲ ਜੁੜਿਆ ਹੋਇਆ ਮੁੱਦਾ ਹੈ, ਬੇਅਦਬੀ ਦਾ ਮੁੱਦਾ। ਉਹਨੂੰ ਲੈ ਕੇ ਜੇ ਉੱਥੇ ਜਾ ਕੇ ਆਪਣਾ ਹਿੱਸਾ ਲੈ ਕੇ ਆਪਣੀ ਕੁਰਸੀ ਲੈ ਕੇ ਵਾਪਸ ਆ ਕੇ ਚੁੱਪ ਕਰਕੇ ਬਹਿ ਜਾਂਦੇ ਨੇ ਤੇ ਮੈਂ ਸਮਝਾਂਗਾ ਇਸ ਤੋਂ ਵੱਡੀ ਬੇਅਦਬੀ ਜਿਹੜੀ ਆ ਉਹ ਜਿਨ੍ਹਾਂ ਤੇ ਦੋਸ਼ ਲੱਗਦਾ ਉਹਨਾਂ ਨੇ ਵੀ ਨਹੀਂ ਕੀਤੀ ਹੋਏਗੀ, ਜਿਨ੍ਹਾਂ ਨੇ ਫਿਜ਼ੀਕਲ ਰੂਪ ਚ ਕੀਤੀ ਉਹਨਾਂ ਨੇ ਵੀ ਨਹੀਂ ਕੀਤੀ ਹੋਏਗੀ। ਜੇ ਇਹ ਜਿਹੜੇ ਲੀਡਰ ਨੇ ਜਿਹੜੇ ਬਹੁਤ ਰੌਲਾ ਪਾ ਰਹੇ ਨੇ, ਜੇ ਆਪਣੀਆਂ ਕੁਰਸੀਆਂ ਲੈ ਕੇ ਚੁੱਪ ਕਰਕੇ ਬਹਿ ਜਾਂਦੇ ਨੇ ਤਾਂ ਫਿਰ ਇਸ ਤੋਂ ਵੱਡੀ ਨਾ ਗੱਦਾਰੀ ਹੋ ਸਕਦੀ ਨਾ ਬੇਅਦਬੀ ਹੋ ਸਕਦੀ। ਇਸ ਗੱਲ ਦਾ ਬਹੁਤ ਧਿਆਨ ਰੱਖਣਾ ਪਏਗਾ। ਖੈਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਵਾ ਉਹ ਜ਼ਾਹਿਰ ਤੌਰ ਤੇ ਆਪਣੇ ਵੀ ਪੱਤੇ ਭੇਜੇ ਗਏ ਹੋਣਗੇ। ਜੇ ਨਵਜੋਤ ਸਿੰਘ ਸਿੱਧੂ ਜਾਂ ਸੁੱਖੀ ਰੰਧਾਵਾ, ਚਰਨਜੀਤ ਚੰਨੀ, ਤੁਸੀਂ ਦੇਖੋ ਕਿੰਨੀ ਤਲਖੀ ਨਜ਼ਰ ਆ ਰਹੀ ਹੈ, ਜੇ ਚਰਨਜੀਤ ਚੰਨੀ ਦੇ ਵਿੱਚ ਵੀ ਕਿੰਨੀ ਤਲਖੀ ਨਜ਼ਰ ਆ ਰਹੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਹ ਹੁਣ ਜਿਹੜੀਆਂ ਮੀਟਿੰਗਾਂ ਚੱਲਦੀਆਂ ਉਹਦੇ ਵਿੱਚ ਇਹ ਮੁੱਦਾ ਨਹੀਂ ਹੈਗਾ ਕਿ ਪੰਜਾਬ ਦਾ ਲੀਡਰ ਕੌਣ ਹੋਊਗਾ, ਕਿਹਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣਗੀਆਂ। ਜ਼ਾਹਿਰ ਤੌਰ ਤੇ ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੀ ਹੈ, ਉਹਨੂੰ ਬਦਲਣ ਦੀ ਜਿਹੜੀ ਸੰਭਾਵਨਾ ਵੀ ਘੱਟ ਨਜ਼ਰ ਆਉਂਦੀ ਵੀ। ਦੂਸਰੇ ਨੰਬਰ ਤੇ ਇਹ ਹੈ ਕਿ ਜਿਹੜਾ ਜੇ ਮੁੱਖ ਮੁੱਦੇ ਨੂੰ ਛੱਡ ਕੇ ਜੇ ਸਿਰਫ ਕੁਰਸੀਆਂ ਦੀ ਗੱਲ ਆ ਜਾਂਦੀ ਹੈ, ਐਡਜਸਟਮੈਂਟ ਦੀ ਗੱਲ ਆ ਜਾਂਦੀ ਹੈ, ਖੁਸ਼ ਕਰਨ ਦੀ ਗੱਲ ਆ ਜਾਂਦੀ ਆ, ਤਾਂ ਉਹ ਨਾ ਸਿਰਫ ਇਸ ਪਾਰਟੀ ਵਾਸਤੇ, ਨਾ ਸਿਰਫ ਇਹਨਾਂ ਆਗੂਆਂ ਵਾਸਤੇ, ਬਲਕਿ ਪੂਰੇ ਪੰਜਾਬ ਵਾਸਤੇ ਬਹੁਤ ਘਾਤਕ ਸਿੱਧ ਹੋਏਗਾ। ਇਸ ਚੀਜ਼ ਦਾ ਬਹੁਤ ਵੱਡਾ ਖਿਆਲ ਰੱਖਣਾ ਪਏਗਾ। ਜਾਂ ਤੇ ਇਹਨਾਂ ਰੌਲਾ ਪਾਉਂਦੇ ਨਾ, ਜਾਂ ਤੇ ਇਹਨਾਂ ਜੇ ਇਸ ਰਸਤੇ ਹੋਣ, ਜੇ ਗੁਰੂ ਸਾਹਿਬ ਦੇ ਨਾਂ ਦੇ ਅੰਦਰੋਂ ਜੇ ਕੋਈ ਡਿਪਟੀ ਸੀਐਮ ਦੀ ਕੁਰਸੀ ਭਾਲ ਲਿਆ ਜਾਂ ਕੋਈ ਹੋਰ ਕੁਰਸੀ ਭਾਲ ਲਿਆ ਤਾਂ ਫਿਰ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਅੱਛਾ ਫਿਰ ਰਾਜੇਸ਼ ਜੀ ਨਾਲ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਹੁਣ ਪੰਜਾਬ ਨੂੰ ਜਿਹੜੇ ਨੇ 2 ਉਪ ਮੁੱਖ ਮੰਤਰੀ ਮਿਲ ਸਕਦੇ ਨੇ। ਸੋ ਹੈਗੇ ਕੋਈ ਇਦਾਂ ਦੇ ਅਸਾਰ ਤੇ ਜੇ 2 ਉਪ ਮੁੱਖ ਮੰਤਰੀ ਬਣਦੇ ਨੇ ਤਾਂ ਕੌਣ, ਨਵਜੋਤ ਸਿੰਘ ਸਿੱਧੂ ਲਿਸਟ ਵਿੱਚ ਨੇ ਤਾਂ ਦੂਜੇ ਕੌਣ ਹੋ ਸਕਦੇ ਨੇ? ਕਿ ਕਿਸੇ ਦਲਿਤ ਦੇ ਉੱਤੇ ਕਾਰਡ ਖੇਡਿਆ ਜਾਏਗਾ? ਦੇਖੋ ਬਿਲਕੁਲ ਇਹ, ਕਿਉਂਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਇਹ ਕੁਰਸੀ ਨਾ ਨਵਾਜਿਆ ਜਾਂਦਾ, ਔਰ ਦੇਖੋ ਸਭ ਤੋਂ ਵੱਡੀ ਡਿਮਾਂਡ ਤੇ ਨਵਜੋਤ ਸਿੰਘ ਸਿੱਧੂ ਦੀ ਸੀ ਕਿ ਉਹਨੂੰ ਹੋਮ ਮਿਨਿਸਟਰੀ ਦੇ ਦਿੱਤੀ ਜਾਏ, ਉਹਨੂੰ ਗ੍ਰਹਿ ਮੰਤਰਾਲਾ ਜਿਹੜਾ ਉਹ ਦੇ ਦਿੱਤਾ ਜਾਏ। ਤੇ ਉਸ ਤੋਂ ਬਾਅਦ ਉਹਨੇ ਇਹ ਵੀ ਐਲਾਨ ਕੀਤਾ ਹੈ ਕਿ ਮੈਂ ਆਪੇ ਸਾਰੇ ਸਿੱਧੇ ਕਰ ਦੂੰ। ਮੈਂ ਅਕਾਲੀਆਂ ਤੇ ਖਾਸ ਤੌਰ ਤੇ ਇਸ਼ਾਰਾ ਕੀਤਾ ਸੀ ਨਵਜੋਤ ਸਿੰਘ ਸਿੱਧੂ ਦਾ। ਮੈਂ ਤਾਂ ਕਹਿੰਦਾ ਇੱਕ ਵਾਰੀ ਦੇ ਦੇਣਾ ਚਾਹੀਦਾ, ਦੇਖ ਲੈਣ ਕਿ ਜੇ ਕੋਰਟ ਨਹੀਂ ਕੁਝ ਕਰ ਸਕੀ ਤੇ ਇਹ ਕੀ ਕਰ ਲੈਣਗੇ, ਇੱਕ ਵਾਰੀ ਦੇ ਕੇ ਦੇਖ ਲੈਣਾ ਚਾਹੀਦਾ। ਸਾਰਾ ਨਿਤਾਰਾ ਆਪਣੇ ਆਪ ਹੋ ਜਾਏਗਾ ਔਰ ਇਹ ਸਭ ਤੋਂ ਵੱਡਾ ਪੱਤਾ ਹੋਏਗਾ ਸਿਆਸਤ ਦੇ ਵਿੱਚ ਜੇ ਇਸ ਨੂੰ ਇੱਕ ਵਾਰੀ ਗ੍ਰਹਿ ਮੰਤਰਾਲਾ ਦੇ ਕੇ ਤੇ 3-4 ਮਹੀਨੇ ਉਹਦੇ ਵਿੱਚ ਕੀ ਕਰ ਲੈਂਦੇ ਨੇ ਦੇ ਦੇਣਾ ਚਾਹੀਦਾ। ਉਹ ਇਹਨਾਂ ਨੇ ਸੋਚਣਾ, ਇਹਨਾਂ ਦੀ ਪਾਰਟੀ ਹੈ, ਇਹਨਾਂ ਨੂੰ ਮੁਬਾਰਕ, ਇਹਨਾਂ ਨੇ ਸੋਚਣਾ ਕੀ ਕਰਨਾ, ਕਿਵੇਂ ਪੱਤੇ ਸਾਰੇ ਸੈੱਟ ਕਰਨੇ। ਪਰ ਜੇ ਗੱਲ ਕਰੀਏ ਡਿਪਟੀ ਸੀਐਮ ਦਾ, ਜੇ ਫਾਰਮੂਲਾ ਵਰਤਿਆ ਜਾਂਦਾ ਤਾਂ ਜ਼ਾਹਿਰ ਤੌਰ ਤੇ ਪਹਿਲਾ ਨਾਂ ਤੇ ਨਵਜੋਤ ਸਿੰਘ ਸਿੱਧੂ ਦਾ ਹੀ ਹੈ। ਹੁਣ ਜੇ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀਐਮ ਬਣਾ ਲਿਆ ਜਾਂਦਾ, ਸੀਐਮ ਕੈਪਟਨ ਅਮਰਿੰਦਰ ਸਿੰਘ ਨੇ, ਦੋਨੇ ਜੱਟ ਭਾਈਚਾਰੇ ਤੋਂ ਨੇ, ਤੇ ਦੋਵਾਂ ਨੂੰ ਜੇ ਇਹ ਵੱਡੀਆਂ ਕੁਰਸੀਆਂ ਨਾਲ ਨਵਾਜ ਦਿੱਤਾ ਜਾਂਦਾ ਤਾਂ ਜ਼ਾਹਿਰ ਤੌਰ ਤੇ ਜੇ ਦਲਿਤ ਦੀ ਗੱਲ ਵਾਰ-ਵਾਰ ਹੋ ਰਹੀ ਹੈ, ਜੇ ਦੂਜਾ ਡਿਪਟੀ ਸੀਐਮ ਕਿਸੇ ਦਲਿਤ ਨੂੰ ਛੱਡ ਕੇ ਕਿਸੇ ਹੋਰ ਨੂੰ ਬਣਾਇਆ ਜਾਂਦਾ। ਰਾਜਕੁਮਾਰ ਵੇਰਕਾ ਵੀ ਬਿਆਨ ਦੇ ਵਿੱਚ ਕਿਤੇ ਨਾ ਕਿਤੇ ਇਸ਼ਾਰਾ ਦਿੰਦੇ ਨੇ। ਔਰ ਸੈਕੰਡ ਥਿੰਗ ਕਿ ਹਰ ਪਾਰਟੀ ਦੀ ਨਜ਼ਰ, ਬਿਲਕੁਲ, ਕਿਉਂਕਿ ਹਰ ਪਾਰਟੀ ਦੀ ਕਿਤੇ ਨਾ ਕਿਤੇ ਨਜ਼ਰ ਟਿਕੀ ਵੀ ਦਲਿਤ ਕਾਰਡ ਜਿੱਧਰ ਵੱਲ ਹੁਣ ਹੋਊਗਾ ਪਾਰਟੀ ਭਾਰੂ ਉਹੀ ਪੈਣੀ ਹੈ। ਪਰ ਇੱਕ ਗੱਲ ਦੇਖਣ ਵਾਲੀ ਹੈ ਕਿ ਡਾਕਟਰ ਰਾਜਕੁਮਾਰ ਵੇਰਕਾ ਨੇ ਆਹ ਨਹੀਂ ਦੇਖਿਆ, ਬਾਂਹ ਛਡਾਉਣ ਵਾਲੀ ਗੱਲ ਨਹੀਂ ਕੀਤੀ, ਮੈਂ ਨਹੀਂ ਮੰਨਣਾ ਆਹ ਗੱਲ ਨਹੀਂ ਕੀਤੀ। ਚਰਨਜੀਤ ਚੰਨੀ ਇਹ ਚੀਜ਼ਾਂ ਕਰਦੇ ਨਜ਼ਰ ਜ਼ਰੂਰ ਆਏ ਨੇ ਕਿ ਉਹ ਜਿੱਦਾਂ ਵਿਆਹ ਦੇ ਵਿੱਚ ਹੁੰਦਾ ਨਾ ਕਿ ਜਿੱਦਾਂ ਕੋਈ ਉਹ ਇੱਕ ਮਾਸੜ ਰੁੱਸ ਜਾਂਦਾ ਜਾਂ ਕੋਈ ਹੋਰ, ਉਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨਜ਼ਰ ਜ਼ਰੂਰ ਆਈਆਂ। ਪਰ ਹੁਣ ਇਹ ਵੇਖਣਾ ਇਹ ਹੋਏਗਾ ਕਿ ਇਹ ਉਹ ਨਾਰਾਜ਼ਗੀ ਜਿਹੜੀ ਆ ਉਹ ਇਸ ਢੰਗ ਨਾਲ ਉਸਦੀ ਪੂਰਤੀ ਕੀਤੀ ਜਾਂਦੀ ਜਾਂ ਕਿਸ ਢੰਗ ਨਾਲ ਕੀਤੀ ਜਾਂਦੀ, ਇਹ ਵੇਖਣ ਵਾਲੀ ਗੱਲ ਹੋਏਗੀ। ਬੜੀ ਚੈਲੰਜਿੰਗ ਸਥਿਤੀ ਹੈ ਇਸ ਵੇਲੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ ਕਾਂਗਰਸ ਵਾਸਤੇ। ਦੇਖੋ ਇਸ ਵੇਲੇ ਕਾਂਗਰਸ ਨੂੰ ਇਹ ਨਜ਼ਰ ਆ ਰਿਹਾ, ਕਾਂਗਰਸ ਨੂੰ ਪਤਾ ਕੀ ਲੱਗਦਾ ਕਿ ਉਹਨਾਂ ਵਾਸਤੇ ਵਿਨ-ਵਿਨ ਸਿਚੁਏਸ਼ਨ ਹੈ ਜੇ ਉਹਨਾਂ ਦੀ ਅੰਦਰ ਦੀ ਖਾਨਾ ਜੰਗੀ ਖਤਮ ਹੋ ਜਾਏ। ਦੂਸਰਾ, ਜਦੋਂ ਫੀਲਡ ਦੇ ਵਿੱਚ ਜਾਂਦੇ ਨੇ ਤੇ ਫੀਲਡ ਦੇ ਵਿੱਚ ਜਾਂਦਿਆਂ ਉਹਨਾਂ ਨੂੰ ਬੇਅਦਬੀ ਬਾਰੇ ਕੋਈ ਸਵਾਲ ਨਾ ਕਰੇ, ਕਿਉਂਕਿ ਇਹਦੇ ਤੇ ਅੱਗੋਂ ਜਵਾਬ ਨਹੀਂ ਕੋਈ ਆਉਣਾ।
ਇਹ ਦੋ ਚੀਜ਼ਾਂ ਜਿਹੜੀਆਂ ਕਾਂਗਰਸ ਲੈ ਕੇ ਤੁਰੀ ਹੋਈ ਹੈ। ਦੂਸਰਾ, ਉਹਨਾਂ ਨੂੰ ਲੱਗਦਾ ਜੇ ਕਾਂਗਰਸ ਨੂੰ ਕੋਈ ਮਾਰ ਸਕਦਾ ਤੇ ਕਾਂਗਰਸ ਹੀ ਮਾਰ ਸਕਦੀ, ਇਹ ਉਹਨਾਂ ਦਾ ਇੱਕ ਨਜ਼ਰੀਆ। ਉਹ ਇਸ ਕਰਕੇ, ਕਿਉਂਕਿ ਸਭ ਤੋਂ ਵੱਡੀ ਗੱਲ ਹੈ, ਜੇ ਬੀਜੇਪੀ ਦੀ ਗੱਲ ਕਰੋ ਤਾਂ ਬੀਜੇਪੀ ਤੇ ਕਿਤੇ ਨਜ਼ਰ ਆ ਨਹੀਂ ਰਹੀ ਤੇ ਨਾ ਆਉਣੀ, ਕਿਉਂਕਿ ਉਹਨੇ ਇਕੱਲਿਆਂ ਚੋਣ ਲੜਨੀ ਹੈ। ਦੂਸਰੇ ਪਾਸੇ ਅਕਾਲੀ ਦਲ ਹੈ, ਅਕਾਲੀ ਦਲ ਜਿਹੜੀ ਹੈ ਉਹ ਵੀ ਪਹਿਲੀ ਵਾਰ ਇਕੱਲਿਆਂ ਚੋਣ ਲੜਨੀ ਹੈ, ਔਰ ਉਸ ਨੂੰ ਆਧਾਰ ਬਣਾਉਣਾ ਪਿੰਡਾਂ ਦੇ ਵਿੱਚ ਤਾਂ ਹੈ, ਔਰ ਸ਼ਹਿਰਾਂ ਦੇ ਵਿੱਚ ਆਧਾਰ ਬਣਾਉਣਾ ਇੰਨੇ ਥੋੜੇ ਸਮੇਂ ਦੇ ਵਿੱਚ ਬਹੁਤ ਔਖਾ ਟਾਈਮ ਹੈ। ਔਰ ਜੇ ਆਮ ਆਦਮੀ ਪਾਰਟੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਅੰਡਰਕਰੰਟ ਜ਼ਰੂਰ ਹੈ, ਇਸ ਵੇਲੇ ਹੈ, ਪਰ ਉਸ ਦੇ ਬਾਵਜੂਦ, ਭਗਵੰਤ ਮਾਨ ਦੇ ਹੋਣ ਦੇ ਬਾਵਜੂਦ ਪਾਰਟੀ ਨੂੰ ਇੱਕ ਲੀਡਰਲੈਸ ਪਾਰਟੀ ਮੰਨਿਆ ਜਾ ਰਿਹਾ, ਔਰ ਉਹ ਕਿਤੇ ਨਾ ਕਿਤੇ ਬਹੁਤ ਵੱਡਾ ਇੱਕ ਡਰਾਬੈਕ ਹੈ। ਕਾਂਗਰਸ ਨੂੰ ਇਹ ਲੱਗਦਾ ਕਿ ਹੁਣ ਜੇ ਇਹ ਕਿਸਾਨਾਂ ਦੇ ਹੱਕ 'ਚ ਵੀ ਖੜੇ ਹੋਏ ਆ, ਬਿੱਲ ਵੀ ਪਾਸ ਕੀਤਾ ਸੀਗਾ, ਖੈਰ ਉਹਦਾ ਬਿੱਲ ਦਾ ਤੇ ਕੀ ਬਣਨਾ ਸੀ ਜਾਂ ਉਹਦਾ ਕੀ ਫਾਇਦਾ ਹੋਣਾ ਸੀ ਉਹ ਤਾਂ ਸਾਰੇ ਜਾਣਦੇ, ਪਰ ਕਾਂਗਰਸ ਨੂੰ ਇਹ ਜਿਹੜੇ ਆ ਨਾ ਖੁਸ਼ਫਹਿਮੀਆਂ ਹੈਗੀਆਂ ਕਿ ਇਹ ਚੀਜ਼ਾਂ ਹੋ ਜਾਣਗੀਆਂ ਤਾਂ ਉਹ 2022 ਦੀ ਜਿਹੜੀ ਚੋਣ ਹੈ ਉਹ ਵੱਟ ਤੇ ਪਈ ਆ, ਉਹ ਇਹ ਜਿੱਤ ਲੈਣਗੇ। ਇਸੇ ਕਰਕੇ ਜ਼ਿਆਦਾ ਚੈਲੰਜਿੰਗ ਕੰਮ ਜਿਹੜਾ ਵਾ ਉਹ ਪਾਰਟੀ ਵਾਸਤੇ ਆ, ਔਰ ਇਸੇ ਕਰਕੇ ਹੀ ਕਿਉਂਕਿ ਪੰਜਾਬ ਜਿਹੜਾ ਹੈ ਉਹ ਖੁੱਸਣਾ ਨਹੀਂ ਚਾਹੁੰਦੀ ਕਾਂਗਰਸ ਕਿਸੇ ਕੀਮਤ ਦੇ ਵਿੱਚ ਵੀ, ਕਿ ਜੇ ਪੰਜਾਬ ਖੁੱਸ ਜਾਂਦਾ ਤਾਂ ਅੱਗੇ ਹਾਲਾਤ ਕੀ ਨੇ ਉਹ ਵੀ ਸਾਨੂੰ ਭਲੀ ਭਾਂਤੀ ਪਤਾ ਸਾਰਿਆਂ ਨੂੰ। ਹੁਣ ਇਸੇ ਤੇ ਨਜ਼ਰਾਂ ਗੜਾ ਕੇ ਜਿਹੜੀ ਆ ਉਹ 3 ਮੈਂਬਰੀ ਜਿਹੜੀ ਕਮੇਟੀ ਆ ਉਹ ਸਾਰਿਆਂ ਦੇ ਵਿਚਾਰ ਵਟਾਂਦਰਾ ਕਰ ਰਹੀ ਹੈ। ਸਾਰਿਆਂ ਦੇ ਦੇਖੋ ਇਸ ਵੇਲੇ ਜਿੰਨੇ ਵੀ MLA ਜਾ ਰਹੇ ਨੇ, ਜਿੰਨੇ ਵੀ ਕੈਬਨਿਟ ਮੰਤਰੀ ਉੱਥੇ ਜਾ ਰਹੇ ਨੇ, ਉਹ ਮੋਸਟਲੀ ਬਹੁਤੇ ਜਿਹੜੇ ਨੇ ਉਹ ਪਹਿਲਾਂ ਹੀ ਮੀਡੀਆ ਦੇ ਵਿੱਚ ਐਕਸਪੋਜ਼ ਹੋ ਚੁੱਕੇ ਨੇ, ਆਪਣੀਆਂ ਗੱਲਾਂ ਬਾਤਾਂ ਕਰ ਚੁੱਕੇ ਨੇ ਕਿ ਉਹ ਚਾਹੁੰਦੇ ਕੀ ਨੇ, ਕੀ ਕਰਨਾ ਚਾਹੁੰਦੇ ਨੇ, ਉਹ ਕਿਹੜੇ ਧੜੇ ਵੱਲ ਨੇ, ਕਿਹੜੇ ਧੜੇ ਨਾਲ ਜੁੜੇ ਹੋਏ ਨੇ। ਔਰ ਇਸ ਗੱਲ ਦਾ ਤੇ ਅੰਦਾਜ਼ਾ ਅਸੀਂ ਲਾ ਹੀ ਸਕਦੇ ਹਾਂ ਨਾ ਕਿ ਜਦੋਂ ਉੱਥੇ ਗੱਲਬਾਤ ਹੋਏਗੀ ਤਾਂ ਉੱਥੇ ਨਾ ਸਿਰਫ ਬੇਅਦਬੀ ਬਾਰੇ ਬਲਕਿ ਹੋਰ ਵੀ ਕਈ ਗੱਲਾਂ ਹੋਣਗੀਆਂ, ਜਿਵੇਂ ਕਿ ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਵੀ ਦੋਸ਼ ਲਾਏ ਸੀ, ਹੋਰ ਵੀ ਜਿਹੜੇ ਲੀਡਰ ਨੇ ਉਹ ਵੀ ਦੋਸ਼ ਲਾ ਰਹੇ ਨੇ, ਮੰਤਰੀ ਤੱਕ ਦੋਸ਼ ਲਾ ਰਹੇ ਨੇ, MLA ਤੱਕ ਦੋਸ਼ ਲਾ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਅਫਸਰਸ਼ਾਹੀ ਉਹ ਬਹੁਤ ਭਾਰੀ ਆ, ਔਰ ਸਾਰੇ ਖੈਰ ਤੇ ਸਾਰੇ ਜਾਣਦੇ ਨੇ ਕਿ ਜਿਹੜੇ ਇਹਨਾਂ ਦੇ OSP ਨੇ ਜਾਂ ਸਪੈਸ਼ਲ ਆਫੀਸਰਸ ਨੇ ਕੈਪਟਨ ਅਮਰਿੰਦਰ ਸਿੰਘ ਦੇ, ਉਹਨਾਂ ਦੀ ਜੋ ਚੱਲਦੀ ਉਹ ਇਹਨਾਂ ਦੀ ਨਹੀਂ ਚੱਲਦੀ। ਹੋਰ ਵੀ ਕਈ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਲੈ ਕੇ ਉੱਥੇ ਆਪਣੀਆਂ ਸ਼ਿਕਾਇਤਾਂ ਦੇ ਰੂਪ ਦੇ ਵਿੱਚ ਉੱਥੇ ਪਹੁੰਚਣਾ ਹੈ। ਔਰ 3 ਮੈਂਬਰੀ ਤੁਹਾਡੀ ਕਾਲ ਆ ਰਹੀ ਰਾਜੇਸ਼ ਜੀ, ਹਾਂਜੀ ਆਪਾਂ ਨਾਲ ਕਾਲ ਵੀ ਅਟੈਂਡ ਕਰੀਏ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਹਾਂ ਬੇਟਾ, ਮੈਂ ਤਾਂ ਇਹੀ ਬੇਨਤੀ ਕਰਨੀ ਆ ਵੀ ਦੇਖੋ ਜੋ ਪੰਜਾਬ ਦੇ ਹਾਲਾਤ ਨੇ ਨਾ, ਇੱਥੇ ਤਾਂ ਸਰਬਸੰਮਤੀ ਤੋਂ ਬਿਨਾਂ ਨਹੀਂ ਗੱਲ ਬਣਨੀ, ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਸਕਦੇ ਆ। ਇੰਨਾ ਬੁਰਾ ਹਾਲ ਆ, ਸਾਰੇ ਡਿਪਾਰਟਮੈਂਟ ਫੇਲ ਨੇ। ਅੱਛਾ ਸਰ ਉਪ ਮੁੱਖ ਮੰਤਰੀ ਕੀ ਤੁਹਾਨੂੰ ਕੀ ਲੱਗਦਾ ਹੈ, ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ? ਕੋਈ ਉਪ ਮੁੱਖ ਮੰਤਰੀ ਜੇ 2 ਬਣਾਉਣ ਦੀ ਗੱਲ ਆਉਂਦੀ ਪਈ ਹੈ ਤਾਂ ਕੀ ਕਿਸੇ ਦਲਿਤ ਨੂੰ ਵੀ ਹੋਣਾ ਚਾਹੀਦਾ? ਨਹੀਂ ਬੇਟਾ, ਕੁਛ ਨਹੀਂ ਹੋਣਾ। ਦੇਖੋ ਅੱਗੇ ਗੱਲ ਤਾਂ ਆਪਾਂ ਬਣਾ ਕੇ ਦੇਖਿਆ, ਮਾਇਆਵਤੀ 10 ਸਾਲ ਮੁੱਖ ਮੰਤਰੀ ਰਹੀ ਹੈ UP ਦੀ, ਉਹਨੇ ਪਤਾ ਕੀ ਕੰਮ ਕੀਤਾ? ਇੱਕੋ ਕੰਮ ਕੀਤਾ, ਹਰੇਕ ਥਾਣੇਦਾਰ ਨੂੰ ਕਹਿਤਾ ਵੀ ਮੇਰਾ ਬੁੱਤ ਬਣਾ ਦੇ ਥਾਣੇ ਦੇ ਮੂਹਰੇ ਤੇ ਜੋ ਮਰਜ਼ੀ ਲੁੱਟਮਾਰ ਕਰੀ ਚੱਲ। ਚਲੋ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ। ਹਾਂਜੀ ਇੱਕ ਮਿੰਟ, ਹੈਲੋ ਬੇਟਾ। ਹਾਂਜੀ ਸਰ। ਇੱਕ ਨਿਤੀਸ਼ ਕੁਮਾਰ ਨੇ ਨਾ ਜੀਤ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾਇਆ ਸੀ ਦਲਿਤ ਨੂੰ, ਬਿਹਾਰ ਦਾ, ਤੇ ਉਹ ਪਤਾ ਕਿੰਨਾ ਕਮਾ ਮਾਰਦਾ ਸੀ ਰੋਜ਼। ਪਤਾ ਕੀ ਕਹਿੰਦਾ ਸੀ ਮੁਲਾਜ਼ਮਾਂ ਨੂੰ? ਕਹਿੰਦਾ ਵੀ ਜਿੰਨੇ ਮਰਜ਼ੀ ਪੈਸੇ ਬਣਾਵੋ ਪਰ ਉੱਪਰ ਵਾਲੇ ਅਫਸਰ ਨੂੰ ਨਹੀਂ ਦੇਣੇ, ਮੈਨੂੰ ਇਕੱਠੇ ਕਰਕੇ ਦਿਓ। ਤੇ ਤੁਸੀਂ ਕੀ ਕਰੋਗੇ? ਇਹ ਕੁਛ ਨਹੀਂ ਹੋਣਾ। ਇਹ ਤਾਂ ਗਿੱਲ ਸਾਹਿਬ ਨੂੰ ਬੇਨਤੀ ਕਰੋ ਵੀ ਤੁਸੀਂ ਬੇਨਤੀ ਕਰੋ ਵੀ ਸਾਰੇ ਇਕੱਠੇ ਹੋ ਕੇ ਨਾ ਸਰਬਸੰਮਤੀ ਨਾਲ 4-5 ਜਿਹੜੇ ਰਿਟਾਇਰ IAS ਅਫਸਰ ਆ ਉਹਨਾਂ ਨੂੰ ਮੂਹਰੇ ਲਾ ਲਓ, ਤਾਂ ਪੰਜਾਬ ਬਚ ਸਕਦਾ, ਨਹੀਂ ਬਚ ਸਕਦਾ। ਬਿਲਕੁਲ ਜੀ ਸਰ, ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਰਾਜੇਸ਼ ਜੀ, ਮੈਨੂੰ ਲੱਗਦਾ ਪੰਜਾਬ ਤੁਸੀਂ ਬਚਾਣਾ, ਜਿਵੇਂ ਆਪਣੇ ਕਾਲਰ ਨੇ ਕਿਹਾ ਵੀ ਤੁਹਾਨੂੰ ਹੀ ਅੱਗੇ ਲੱਗਣਾ ਪੈਣਾ ਤੇ ਤੁਸੀਂ ਅੱਗ ਇਕੱਠੇ ਕਰਕੇ ਤੇ ਪੰਜਾਬ ਬਚਾਓ। ਸਰਕਾਰਾਂ ਤਾਂ ਆਪਣੀਆਂ ਮੀਟਿੰਗਾਂ ਦੇ ਵਿੱਚ ਬਿਜ਼ੀ ਹੈਗੀਆਂ ਨੇ। ਐਨੀਵੇ ਅੱਗੇ ਕੀ ਲੱਗਦਾ ਹੈ ਰਾਜੇਸ਼ ਜੀ, ਹੁਣ ਜੇ ਉਪ ਮੁੱਖ ਮੰਤਰੀ ਬਣਾਉਣ ਦੀ ਵੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਵੇਲੇ ਕੈਪਟਨ ਤੇ ਬਾਕੀ ਜਿਹੜੇ ਮੰਤਰੀ ਨੇ ਤੇ ਹਾਈ ਕਮਾਂਡ ਵੀ ਹੈ, ਇਸ ਵੇਲੇ ਸਭ ਤੋਂ ਜ਼ਿਆਦਾ ਉਹਨਾਂ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਵੀ ਬਣਦੀ ਹੈ, ਕਹਿ ਲਓ ਵੀ ਇੱਕ ਪ੍ਰੈਸ਼ਰ ਹੈ ਉਹਨਾਂ ਦੇ ਉੱਤੇ, ਉਹ ਹੈ ਨਵਜੋਤ ਸਿੰਘ ਸਿੱਧੂ ਦੀ ਬੋਲਤੀ ਬੰਦ ਕਰਾਉਣਾ। ਸਿੱਧੂ ਦੀ ਬੋਲਤੀ ਬੰਦ ਹੋਏਗੀ ਤਾਂ ਹੋ ਸਕਦਾ ਹੈ ਸਿੱਧੂ ਦੇ ਨਾਲ ਜਿਹੜੇ ਬਾਕੀ ਵਿਧਾਇਕ ਨੇ ਜਿਹੜੇ ਬਹੁਤ ਕੋਦਰੇ ਨੇ ਇਹਨਾਂ ਦਿਨਾਂ ਦੇ ਵਿੱਚ, ਹੈ ਨਾ, ਉਹ ਕਹਿੰਦੇ ਨਾ ਇੱਕ ਨੂੰ ਖਰਬੂਜੇ ਨੂੰ ਦੇ ਕੇ ਖਰਬੂਜਾ ਰੰਗ ਬਦਲਦਾ। ਸੋ ਠੀਕ ਹੈ, ਬਾਗੀ ਸੁਰਾਂ ਉਦੋਂ ਦੀਆਂ ਨਿਕਲ ਹੀ ਰਹੀਆਂ ਨੇ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਸ ਚੀਜ਼ ਨੂੰ ਲੈ ਕੇ ਚੁੱਕਣਾ ਸ਼ੁਰੂ ਕੀਤਾ ਹੈ। ਸੋ ਹੁਣ ਕੀ ਲੱਗਦਾ ਹੈ ਵੀ ਅੱਗੇ ਜਿਹੜਾ ਹੈ ਸਭ ਤੋਂ ਪਹਿਲਾਂ ਜੇ ਸਿੱਧੂ ਦੀ ਬੋਲਤੀ ਬੰਦ ਕਰਾਉਣੀ ਹੈ ਤਾਂ ਹੁਣ ਜਦੋਂ ਟਿਕਟਾਂ ਦੀ ਵੰਡ ਹੋਣੀ, ਟਿਕਟਾਂ ਦੀ ਵੰਡ ਵੇਲੇ ਸਭ ਤੋਂ ਜ਼ਿਆਦਾ ਇਹ ਬੋਲਤੀਆਂ ਬੰਦ ਹੋਣਗੀਆਂ, ਵੰਡ ਹੀ ਇਸੇ ਤਰੀਕੇ ਨਾਲ ਕੀਤੀ ਜਾਏਗੀ। ਇੱਕ ਕਾਲਰ ਵੀ ਨਾਲ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਜੀ ਗਿੱਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
जी हाँ जी, हाँ जी सर। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? जी सर बिल्कुल आवाज आ रही है जी, बोलो। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ हाँ जी। ਵੀ ਜਿਹੜਾ ਹੁਣ ਉਹਨਾਂ ਨੂੰ ਸਾਡੇ ਨੂੰ ਦਿੱਲੀ ਸੱਦਿਆ, ਇਹ ਮੌਕੇ 'ਚ ਥੋੜੀ ਦੇਰ ਲਈ ਤਾਂ ਚੁੱਪ ਕਰਾ ਸਕਦੇ ਇਹਨਾਂ ਨੂੰ, ਤੇ ਸਾਰੇ ਦੋਨਾਂ ਧਿਰਾਂ ਨੂੰ ਚੁੱਪ ਕਰਾ ਸਕਦੇ ਵੀ ਇੱਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਨਾ ਕਰੋ, ਪਰ ਬਹੁਤੀ ਦੇਰ ਨਹੀਂ ਚੁੱਪ ਕਰ ਸਕਦੇ ਕਿ ਉਹ ਜਿਹੜੇ ਅੰਦਰਲੇ ਜ਼ਖਮ ਆ ਨਾ ਉਹ ਤਾਂ ਹੈਗੇ ਨਾ ਡੂੰਘੇ ਆ। ਉਹ ਜਿਹੜੇ ਡੂੰਘੇ ਜ਼ਖਮ ਆ ਉਹਨਾਂ ਨੂੰ ਉਹ ਨਹੀਂ ਭਰ ਸਕਦੇ। ਹੁਣ ਜੀ ਉਪ ਮੁੱਖ ਮੰਤਰੀ ਬਣ ਵੀ ਗਿਆ ਕੋਈ, ਜਾਂ 2 ਬਣ ਜਾਣ, 3 ਬਣ ਜਾਣ, ਹਾਂਜੀ ਪਰ ਚੀਫ ਮਿਨਿਸਟਰ ਤਾਂ ਅਮਰਿੰਦਰ ਸਿੰਘ ਹੀ ਆ। एक ही बिल्कुल, हाँ जी बिल्कुल। ਉਹ ਅਮਰਿੰਦਰ ਸਿੰਘ ਦੇ ਨਾਲ ਉਹ ਰਿਸਕ ਨਹੀਂ ਲੈਣਗੇ ਵੀ ਅਮਰਿੰਦਰ ਸਿੰਘ ਨੂੰ ਹਟਾ ਦਿਓ, ਕਿਉਂਕਿ ਉਹ ਇਹ ਨਹੀਂ ਚਾਹੁੰਦੇ ਵੀ ਕਾਂਗਰਸ ਵਿੱਚ ਕਾਂਗਰਸ ਦੀ ਸਰਕਾਰ ਇੱਥੇ ਡਿੱਗ ਪਵੇ। हाँ जी। ਅੱਗੇ 1-2 ਸੂਬਿਆਂ ਨਾਲ ਕੋਈ ਹੈਗੇ ਆ, ਜੇ ਇਹ ਪੰਜਾਬ ਵੀ ਡਿੱਗ ਪਿਆ ਤੇ ਉਹਨਾਂ ਲਈ ਬਹੁਤ ਮਾੜੀ ਗੱਲ ਹੋਊਗੀ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਗੱਲ ਸੂਤ ਆਉਣ ਵਾਲੀ ਹੈ ਨਹੀਂ ਇਹਨਾਂ ਦੀ ਆਪਸ ਵਿੱਚ, ਜੋ ਇਹਨਾਂ ਦੇ ਆਪਸ ਵਿੱਚ ਡਿਫਰੈਂਸਿਸ ਪੈਦਾ ਹੋ ਗਏ ਆ जी। ਇਹਨਾਂ ਦੀ ਜਿਹੜੀ ਗੱਲ ਆ, ਮੈਂ ਇੱਕ ਦੂਜੀ ਹੋਰ ਮੈਂ ਗੱਲ ਚਾਹੁੰਦੀ ਹਾਂ, ਮੈਂ ਰਜੀਸ਼ ਗਿੱਲ ਉਹਨਾਂ ਤੋਂ ਵੀ ਇਹ ਪੁੱਛਣਾ ਚਾਹੁੰਦਾ जी। ਤੇ ਮੈਨੂੰ ਜਿਹੜੀ ਮੇਰੀ ਸਿਆਸਤ ਵਿੱਚ ਜਿੰਨੀ ਹੈਗੀ ਆ, ਮੈਂ ਅਮਰਿੰਦਰ ਸਿੰਘ ਇਸ ਵਾਰ ਕਾਂਗਰਸ ਨੂੰ ਹਰਾਉਣ ਦੇ ਯਤਨ ਕਰੇਗਾ, ਉਹ ਜਿਤਾਉਣ ਦੇ ਨਹੀਂ ਕਰੇਗਾ। ਉਹ ਅਕਾਲੀਆਂ ਨਾਲ ਸਮਝੌਤਾ ਹੋਇਆ ਤੇ ਪਿਛਲੀ ਵਾਰ ਤੁਸੀਂ ਸਾਡੀ ਮਦਦ ਕੀਤੀ, ਇਸ ਵਾਰ ਅਸੀਂ ਮਦਦ ਤੁਹਾਡੀ ਕਰਾਂਗੇ। ਇਸ ਕਰਕੇ ਅਮਰਿੰਦਰ ਸਿੰਘ ਨੂੰ ਕੋਈ ਫਰਕ ਨਹੀਂ ਪੈਂਦਾ, ਕਾਂਗਰਸ ਜਿੱਤ ਜਾਵੇ ਜਾਂ ਜਾਵੇ, ਉਹ ਅਕਾਲੀਆਂ ਨੂੰ ਬਣਾਏਗਾ ਇਸ ਵਾਰ। ਉਹਨਾਂ ਦੀ ਅਕਾਲੀ ਜਿੱਤਣ ਚਾਹੇ ਨਾ ਜਿੱਤਣ ਇਹ ਵੱਖਰੀ ਗੱਲ ਆ, ਪਰ ਉਹ ਆਪਣੀ ਹੁਣ ਬਾਰੀ ਇਹਨਾਂ ਨੂੰ ਦਊਗਾ। ਇਸ ਕਰਕੇ ਉਹ ਅਮਰਿੰਦਰ ਸਿੰਘ ਜਿਹੜਾ ਹੈ ਇਸ ਵੇਲੇ, ਇਸ ਕਰਕੇ ਉਹਨੇ ਪੰਗਾ ਪਾਇਆ ਵੀ ਮੈਨੂੰ ਕੋਈ ਪਰਵਾਹ ਨਹੀਂ ਕੁਛ ਵੀ जी। ਤੇ ਮੈਂ ਇਸ ਗੱਲੋਂ ਦੇ ਵਿਚਾਰ ਦੇਣਾ ਚਾਹੁੰਦਾ ਵੀ ਮੈਂ ਸਮਝਦਾ ਵੀ ਇਸ ਵਾਰ ਅਮਰਿੰਦਰ ਸਿੰਘ ਪਰਵਾਹ ਨਹੀਂ ਕਰੇਗਾ, ਉਹ ਅਕਾਲੀਆਂ ਨੂੰ ਜਿਤਾਏਗਾ। ਥੈਂਕ ਯੂ ਵੈਰੀ जी ਮਚ। थैंक यू सर, थैंक यू। राजेश जी की वाकई ये आसार हो सकते हैं, क्योंकि 50-50 ਦੀ ਗੇਮ ਅਸੀਂ ਹਮੇਸ਼ਾ ਦੇਖਦੇ ਹੀ ਰਹੇ ਹਾਂ, ਕਦੀ ਤੁਸੀਂ ਤੇ ਕਦੀ ਅਸੀਂ, ਇਹ ਚੱਲਦਾ ਰਿਹਾ ਹਮੇਸ਼ਾ ਕਾਂਗਰਸ ਦੇ ਵਿੱਚ ਤੇ ਅਕਾਲੀ ਦੇ ਵਿਚਾਲੇ। ਸੋ ਜਿਸ ਤਰੀਕੇ ਨਾਲ ਹੁਣ ਸਾਡੇ ਕਾਲਰ ਵੀ ਜਿਹੜੇ ਨੇ ਉਹ ਆਪਣਾ ਵੀ ਇੱਕ ਐਨਾਲਿਸਿਸ ਜਿਹੜਾ ਨੇ ਉਹ ਜੋੜ ਰਹੇ ਨੇ, ਉਹਨਾਂ ਨੂੰ ਲੱਗਦਾ ਵੀ ਇਸ ਵਾਰ ਜਿਹੜਾ ਹੈ ਕਾਂਗਰਸ ਨੂੰ ਕੈਪਟਨ ਹਰਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਹੁਣ ਜਿਹੜੀ ਗੇਂਦ ਹੈ ਉਹ ਅਕਾਲੀਆਂ ਦੇ ਪਾਲੇ 'ਚ ਚਲੇ ਜਾਏ। ਹੈਗੇ ਕੋਈ ਇਦਾਂ ਦੇ ਅਸਾਰ ਹੋ ਸਕਦਾ ਕੁਝ ਅਜਿਹਾ? ਦੇਖੋ, ਜਿੰਨੀ ਵੀ ਹੁਣ ਤੱਕ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਰੇੜਕਾ ਕੀ ਹੈ? ਇਹ ਰੇੜਕਾ ਔਰ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਕੀ ਲੱਗ ਰਹੇ? ਇਹੀ ਦੋਸ਼ ਲੱਗ ਰਿਹਾ ਕਿ ਉਹ ਮੈਚ ਫਿਕਸਿੰਗ ਚੱਲ ਰਹੀ ਹੈ, ਇੱਕ ਮੇਲ ਮਿਲਾ ਕੇ ਖੇਡ ਰਹੇ ਆ, ਤੇ ਜਿਹੜੇ ਬੇਅਦਬੀ ਦੇ ਹੁਣ ਤੱਕ ਇਨਸਾਫ ਨਾ ਮਿਲਣ ਦੀ ਗੱਲ ਹੋ ਰਹੀ ਹੈ ਉਹ ਇਸੇ ਕਰਕੇ ਹੋ ਰਹੀ ਹੈ ਕਿ ਕਦੇ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ। ਜੋ ਦੋਸ਼ ਲਾਏ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਵੱਲੋਂ, ਹੋਰ ਮੰਤਰੀਆਂ ਵੱਲੋਂ, ਕਿ ਜਿੰਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਦੀ ਮਿਲੀ ਭੁਗਤ ਹੈ, ਇਸ ਕਰਕੇ ਕਦੇ ਵੀ ਇਨਸਾਫ ਨਹੀਂ ਮਿਲੇਗਾ। ਰੇੜਕਾ ਤਾਂ ਇਸੇ ਗੱਲ ਦਾ ਹੀ ਹੈ, ਔਰ ਇਸੇ ਤੇ ਹੀ ਸਾਰੀ ਸਿਆਸਤ ਜਿਹੜੀ ਆ ਇਸ ਵੇਲੇ ਘੁੰਮ ਰਹੀ ਹੈ। ਜਿਹੜੇ ਇਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਾਰੀ ਬਾਦਲਾਂ ਨੂੰ ਜਿਤਾਏਗਾ, ਔਰ ਇਸ ਵਾਰੀ ਜੋ ਦੇਖੋ ਸਿਆਸੀ ਜਿਹੜੇ ਸਮੀਕਰਨ ਨੇ ਨਾ ਉਹ ਸਿਰਫ ਇੱਕ ਐਂਗਲ ਤੇ ਕਦੇ ਵੀ ਨਹੀਂ ਘੁੰਮਦੇ। ਬਹੁਤ ਸਾਰੀਆਂ ਚੀਜ਼ਾਂ ਹੋਰ ਹੁੰਦੀਆਂ ਨੇ ਜਿਹੜੀਆਂ ਕਿ ਆਲੇ ਦੁਆਲੇ ਨਾਲ ਕੋਰੋਬੋਰੇਟ ਕਰਦੀਆਂ, ਸਪੋਰਟ ਕਰਦੀਆਂ ਨੇ, ਔਰ ਉਹਨਾਂ ਚੀਜ਼ਾਂ ਹੁਣ ਦੇਖੋ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਵਾਸਤੇ ਸਾਰੇ ਦਰਵਾਜ਼ੇ ਬੰਦ ਨੇ ਜੀ, ਔਰ ਹੁਣ ਕੀ ਹੋ ਰਿਹਾ? ਹੁਣ ਸਪੈਸ਼ਲ ਮੀਟਿੰਗ ਜੇ ਸੱਦੀ ਗਈ ਆ ਤੇ ਮੈਂ ਸਾਫ਼ ਸ਼ਬਦਾਂ 'ਚ ਕਹਾਂਗਾ ਔਰ ਨਵਜੋਤ ਸਿੰਘ ਸਿੱਧੂ ਵਾਸਤੇ ਸੱਦੀ ਗਈ ਆ। ਜਿਹੜੀ 3 ਮੈਂਬਰੀ ਕਮੇਟੀ ਬਣੀ ਆ ਔਰ ਨਵਜੋਤ ਸਿੰਘ ਸਿੱਧੂ ਵਾਸਤੇ ਸੱਦੀ ਗਈ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਮੁੱਦੇ ਚੁੱਕੇ ਨੇ ਉਹ ਮੁੱਦਿਆਂ ਨੂੰ ਕਿਵੇਂ ਕੋਈ ਡਿਨਾਈ ਕਰ ਦੇਗਾ? ਉਹ ਮੁੱਦੇ ਕਿਵੇਂ ਕੋਈ ਭਾਵੇਂ ਕਹਿ ਦੇ ਕਿ ਠੀਕ ਹੈ ਨਵਜੋਤ ਸਿੰਘ ਸਿੱਧੂ ਸਿਆਸਤ ਖੇਡ ਰਿਹਾ ਜਾਂ ਕੁਛ ਕਰ ਰਿਹਾ, ਪਰ ਉਹ ਮੁੱਦੇ ਨੂੰ ਕੌਣ ਡਿਨਾਈ ਕਰੇਗਾ? ਕੌਣ ਕਹੇਗਾ ਜੀ? ਇੱਕ ਹੋਰ ਕਾਲ ਕੱਟੀ ਗਈ, ਆਪਣੀ ਗੱਲ ਪੂਰੀ ਹੋ ਰਹੀ ਸੀ ਕਿ ਤੁਸੀਂ ਕੰਪਲੀਟ ਕਰ ਸਕਦੇ ਹੋ। ਜਿਹੜੇ ਕਾਲਰ ਕਾਲ ਕਰ ਰਹੇ ਸੀ ਪਲੀਜ਼ ਉਹ ਦੁਬਾਰਾ ਕਰ ਸਕਦੇ ਨੇ ਜੀ। ਰਾਜੇਸ਼ ਜੀ, ਹਾਂ, ਮਤਲਬ ਦੇਖੋ ਹੁਣ ਤੱਕ ਦਾ ਰਿਕਾਰਡ ਆ, ਹੁਣ 4.5 ਸਾਲ ਹੋ ਗਏ ਨੇ, ਠੀਕ ਹੈ। 4.5 ਸਾਲ ਦੌਰਾਨ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਟਸਲ ਲਗਾਤਾਰ ਬਰਕਰਾਰ ਰਹੀ। ਕਦੀ ਵੀ ਕੋਈ ਉਹ ਆਪਣੇ ਲੰਚ ਹੋਏ, ਕਈ ਚਾਹ ਪੀਤੀਆਂ ਗਈਆਂ, ਕਈ ਕੁਛ ਹੋਇਆ, ਪਰ ਉਹ ਜਿਹੜੀ ਆ ਟਸਲ ਖਤਮ ਨਹੀਂ ਹੋ ਸਕੀ। ਔਰ ਅੱਜ ਜਦੋਂ ਇੱਕ ਐਕਸਟ੍ਰੀਮ ਹੈ ਇਸ ਵੇਲੇ, ਔਰ ਜਦੋਂ ਕਿ ਚੋਣਾਂ ਸਿਰ ਤੇ ਨੇ, ਉਸ ਵੇਲੇ ਜਿਹੜੀਆਂ ਹੁਣ ਸਪੈਸ਼ਲ ਮੀਟਿੰਗਾਂ ਸੱਦੀਆਂ ਜਾ ਰਹੀਆਂ, ਹੁਣ ਪੈਚ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ, ਕਾਲਰ ਆਪਣੇ ਫੇਰ ਕਾਲ ਕਰ ਰਹੇ ਨੇ, ਨਾਲ ਅਟੈਂਡ ਕਰਦੇ ਆ ਕਾਲ। ਜੀ ਸਰ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਹਾਂਜੀ ਅਕਾਲ। ਮੈਂ ਅਮਰਜੀਤ ਰੈਣਾ ਜੀ ਸਰ। ਐਂਡ ਜਿਹੜਾ ਟੌਪਿਕ ਤੁਹਾਡਾ ਚੱਲ ਰਿਹਾ ਹੈ ਅਮਰਿੰਦਰ ਸਿੰਘ ਤੇ ਸਿੱਧੂ ਦਾ, ਕਾਂਗਰਸ ਦਾ ਤੇ ਚੀਫ ਮਿਨਿਸਟਰ ਦਾ, ਜੀ ਇਹ ਤੇ ਵੈਰੀ ਜਿਹੜੀ ਹੁਣ ਪਹਿਲੀ ਕਾਲਰ ਸੀ, ਕਾਫੀ ਦਿਨ ਪਹਿਲੇ ਕਾਲਰ ਆਏ ਸੀ, ਉਹਨਾਂ ਨੇ ਬੜੀ ਇੱਕ ਜਿਹੜੀ ਗੱਲ ਕਹੀ ਹੈ, ਬਾਈ ਸੈਕਿੰਡ ਦੈਟ ਕਿ ਅਮਰਿੰਦਰ ਸਿੰਘ ਹੀ ਵਿਲ ਪਲੇ ਲੂਜ਼ਿੰਗ ਗੇਮ। ਜੀ ਅਮਰਿੰਦਰ ਵਿਲ ਪਲੇ ਲੂਜ਼ਿੰਗ ਗੇਮ। ਉਹ ਕਦੀ ਵੀ, ਕਿਉਂਕਿ ਹੀ ਇਜ਼ ਨਾਟ ਫਿਜ਼ੀਕਲੀ ਫਿਟ ਟੂ ਹੈਂਡਲ ਦਿਸ ਸੀਐਮਸ਼ਿਪ। ਬਿਲਕੁਲ ਬਿਲਕੁਲ। ਸੋ ਉਹਦਾ ਨਾ ਇੰਟਰਸਟ ਹੈ, ਨਾ ਉਹ ਜੇ ਬਣ ਗਿਆ ਕਾਮਯਾਬ ਹੋਏਗਾ। ਸੋ ਗਵਰਨਮੈਂਟ ਨੂੰ ਪਤਾ ਲੱਗ ਗਿਆ ਕਿ ਉਹਦੀ ਜਿਹੜੀ ਇਹ ਇਨਿੰਗ ਹੈਗੀ ਹੈ ਦਿਸ 5 ਸਾਲ, ਉਹਨੇ ਅੱਛਾ ਪਲੇ ਨਹੀਂ ਕੀਤਾ ਐਂਡ ਹੀ ਵਾਸ ਕੰਸੀਡਰਡ ਐਜ਼ ਦਾ ਮੋਸਟ ਲੇਜ਼ੀ ਚੀਫ ਮਿਨਿਸਟਰ। ਸੋ ਦੂਜੀ ਜਿਹੜੀ ਗੱਲ ਸਭ ਤੋਂ ਵੱਡੀ ਜਿਹੜਾ ਉਹਦਾ ਸੁਖਬੀਰ ਨਾਲ ਏਦਾਂ ਦਾ ਐਗਰੀਮੈਂਟ ਹੈਗਾ। ਪ੍ਰਕਾਸ਼ ਬਾਦਲ ਨੇ ਤੇ ਮੈਦਾਨ 'ਚ ਨਹੀਂ ਆਉਣਾ, ਪਰ ਉਹ ਇਹ ਵੀ ਟਰਾਈ ਕਿ ਅਕਾਲੀ ਦਲ ਨੂੰ ਐਸੀ ਸਪੋਰਟ ਐਸਾ ਡਾਇਰੈਕਟਲੀ ਉਹਨੂੰ ਵਿਨ ਕਰਾਇਆ ਜਾਵੇ, ਬਟ ਏਦਾਂ ਦਾ ਹੈ ਕੋਈ ਚਾਂਸ ਨਹੀਂ ਹੈ, ਕਿਉਂਕਿ ਨਾ ਅਕਾਲੀ ਆਣਗੇ ਨਾ ਕੋਈ ਕਾਂਗਰਸ ਦਾ ਚਾਂਸ ਹੈ। ਹੁਣ ਚਾਂਸ ਜਿਹੜੀ ਥਰਡ ਪਾਰਟੀ ਕੋਈ ਅਮਰਜ ਹੋਗੀ ਤਾਂ ਥਰਡ ਇਹ ਅਖੀਰ ਲਾਸਟ 2 ਜਿਹੜੇ ਮਹੀਨੇ ਹੈ ਦੈਟ ਵਿਲ ਬੀ ਡਿਸਾਈਡਿੰਗ ਫੈਕਟਰ ਕਿ ਕਿਹੜੀ ਸਿਚੁਏਸ਼ਨ, ਜਿਹੜੀ ਕਹਿੰਦੇ ਪੰਜਾਬੀ ਚ ਕਹਾਵਤ ਹੈ, ਊਠ ਕਿਸ ਕਰਵਟ ਬੈਠਦਾ ਹੈ, ਇਹ ਆਖਰੀ 2-3 ਮਹੀਨਿਆਂ ਚ ਪਤਾ ਲੱਗੇਗਾ। ਕਿਉਂਕਿ ਲਾਸਟ ਟਾਈਮ ਆਪਾਂ ਨੂੰ ਰਿਮੈਂਬਰ ਕਿ ਆਪ ਪਾਰਟੀ ਅਖੀਰੇ 2 ਮਹੀਨੇ ਤੱਕ ਬਿਲਕੁਲ ਇਸ ਲਈ ਰੈਡੀ ਸੀ ਕਿ ਉਹਨੂੰ ਪਾਵਰ ਮਿਲੇਗੀ, ਸੀਐਮਸ਼ਿਪ ਦੀ ਜੀ ਬਿਲਕੁਲ ਮਿਨਿਸਟਰੀ ਮਿਲੇਗੀ, ਬਟ ਲਾਸਟ 2 months में ऐसी गेम दी खराब हुई कि वो सेकंड नंबर पे आ गई। सो नाउ ਜਿਹੜੀ ਪ੍ਰੋਬਲਮ ਹੈ ਹੁਣ ਦੂਜੀ ਗੱਲ ਜਿਹੜੀ ਬੜੇ ਮੇਰਾ ਇੰਪੋਰਟੈਂਟ ਹੈ, ਮੈਂ ਕਹਿਣੀ ਚਾਹੁੰਦਾ ਜਿਹੜਾ ਇਹ ਸਿੱਧਾ ਜਿਹੜਾ ਇੱਕ ਇਸ਼ੂ ਹੈਗਾ ਬਰਗਾੜੀ ਦਾ, ਇਹ ਕਾਂਗਰਸ ਨੂੰ ਨਹੀਂ ਮਤਲਬ ਆਈ ਡੋਂਟ ਅੰਡਰਸਟੈਂਡ ਕਿ ਕਿੱਦਾਂ ਲੋਕੀ ਸਖਤ ਕਰਨਗੇ ਕਿ ਜਿਹੜੇ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੀ ਪਾਰਟੀ ਉਹ ਬੇਅਦਬੀ ਦਾ ਮੁੱਦਾ ਲਾ ਕੇ ਬੈਠੀ ਹੈ। ਹਾਂ, ਵਿੱਚੋਂ ਜਿਹੜੇ ਕੁਝ ਕਾਂਗਰਸੀ ਜਿਹੜੇ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਉਹ ਮੁੱਦੇ ਨੂੰ ਲੈ ਕੇ ਜਾਣਗੇ, ਆਪਣੇ ਐਮਐਲਏ ਬਣਨਗੇ ਤੇ ਕਿਹੜੀ ਪਾਰਟੀ ਜਾਂਦੇ ਆ, ਕਿਹੜੀ ਪਾਰਟੀ ਨਾਲ ਨਹੀਂ ਸ਼ਾਮਲ ਹੁੰਦੇ, ਇਹ ਵੀ ਹੈਵ ਟੂ ਸੀ ਲੇਟਰ ਔਨ। ਅਜੇ ਕੁਝ ਕਲੀਅਰ ਨਹੀਂ ਹੈ, ਬਟ ਵਨ ਥਿੰਗ ਇਜ਼ ਵੈਰੀ ਕਲੀਅਰ ਕਿ ਅਮਰਿੰਦਰ ਸਿੰਘ ਇਜ਼ ਪਲੇਇੰਗ ਏ ਲੂਜ਼ਿੰਗ ਗੇਮ ਐਂਡ ਬਾਕੀ ਵਾਹਿਗੁਰੂ ਰੱਖਾ। ਜੀ ਸਰ, ਓਕੇ, ਥੈਂਕ ਯੂ ਸਰ, ਥੈਂਕ ਯੂ ਜੀ। ਰਾਜੇਸ਼ ਜੀ, ਕਾਂਗਰਸ ਦੇ ਜਿਹੜੇ ਪੁਰਾਣੇ ਦਾਗ ਹੈ ਆਪਰੇਸ਼ਨ ਬਲੂ ਸਟਾਰ ਮੌਕੇ ਤੇ ਉਹੀ ਕਾਂਗਰਸ ਤੇ ਹਮੇਸ਼ਾ ਤੱਬਾ ਲੱਗਦਾ, ਉਹ ਅੱਜ ਵੀ ਧੁਲੇ ਨਹੀਂ ਹੈ। ਉਹਨਾਂ ਨੂੰ ਲੈ ਕੇ ਲੋਕ ਵਾਕਈ ਇਸ ਚੀਜ਼ ਨੂੰ ਲੈ ਕੇ ਮਾਯੂਸ ਵੀ ਹੁੰਦੇ ਨੇ ਤੇ ਲੋਕਾਂ ਦਾ ਜਿਹੜਾ ਖਦਸ਼ਾ ਹੈ ਉਹ ਵੀ ਜ਼ਾਹਿਰ ਜਿਹੀ ਗੱਲ ਹੈ ਕਿ ਉਹ ਜਤਾਉਂਦੇ ਨੇ ਕਿ ਉਹਨਾਂ ਨੇ ਕੀ ਬੇਅਦਬੀ ਦੀ ਸਜ਼ਾ ਕਿਸੇ ਨੂੰ ਦੇਣੀ ਹੈ ਜਿਹੜੇ ਆਪ ਜਿਨ੍ਹਾਂ ਦੇ ਹੱਥ ਜਿਹੜੇ ਨੇ ਖੂਨ ਨਾਲ ਰੰਗੇ ਹੋਣ। ਸੋ ਮੁੱਦਾ ਫਿਰ ਤੋਂ ਉੱਠ ਜਾਂਦਾ। ਸੋ ਵਾਕਈ ਜਿਵੇਂ ਕਿਹਾ ਜਾਂਦਾ ਵੀ ਹੁਣ ਚਾਹੇ ਕਾਂਗਰਸ ਨਹੀਂ ਜਾਂ ਅਕਾਲੀ ਵੀ ਨਹੀਂ ਤਾਂ ਕੋਈ ਹੋਰ ਜਿਹੜਾ ਮਰਜ ਹੋਏਗਾ ਪਾਰਟੀ, ਕੋਈ ਵੀ ਧੜਾ ਉਹ ਉੱਠ ਸਕਦਾ ਹੈ। ਇਸ ਤੇ ਹੀ ਅਸੀਂ ਗੱਲ ਕਰਾਂਗੇ ਅੱਗੇ। ਜੀ ਸਤਿ ਸ਼੍ਰੀ ਅਕਾਲ ਜੀ। ਇਹ ਆਪਣੇ ਪ੍ਰੋਗਰਾਮ ਸ਼ਾਮਲ ਹੋਣਾ ਜੀ। ਜੀ ਸਰ, ਬਿਲਕੁਲ ਜੀ, ਅਸੀਂ ਸੁਣ ਰਹੇ ਹਾਂ ਜੀ, ਕੀ ਕਹਿਣਾ ਚਾਹੋਗੇ? ਮੇਰਾ ਕਹਿਣਾ, ਮੇਰੇ ਖਿਆਲ ਪਹਿਲਾਂ ਵੀ ਕੋਈ ਬੋਲ ਰਿਹਾ ਜੀ? ਨਹੀਂ ਸਰ, ਮੇਰੇ ਨਾਲ ਹੀ ਤੁਹਾਡੀ ਗੱਲ ਹੋ ਰਹੀ ਹੈ, ਬੋਲੋ। ਅੱਛਾ, ਸ਼ਹਿਰੀ ਜੀ ਅੱਛਾ ਜੀ, ਸਤਿ ਸ਼੍ਰੀ ਅਕਾਲ ਸ਼ਹਿਰੀ ਐਂਡ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਮੇਰਾ ਮਤਲਬ ਇਹ ਕਹਿਣਾ ਹੈ, ਇੱਕ ਤੇ ਜਿਹੜੇ ਆਪਾਂ ਕਹਿ ਰਹੇ ਕਿ 2 ਡਿਪਟੀ ਸੀਐਮ ਹੋਣੇ ਚਾਹੀਦੇ, ਮੇਰਾ ਖਿਆਲ ਉਹ ਵੀ ਇੱਕ ਗਲਤ ਹੀ ਇੱਕ ਵਿਚਾਰਧਾਰਾ ਕਿਸੇ ਨੇ ਛੱਡ ਦਿੱਤੀ ਹੈ। ਕਿਉਂਕਿ ਸਾਡੇ ਕੋਲ ਇੱਕ ਸੀਐਮ ਜਿੰਨੇ ਡਿਪਟੀ ਹੋਣਗੇ ਉਨੀ ਜ਼ਿਆਦਾ ਸਾਡਾ ਉਹਦੇ ਤੇ ਖਰਚਾ ਵਧਣਾ, ਉਨੀ ਇਹਨਾਂ ਤੇ ਜ਼ਿਆਦਾ ਕਲੇਸ਼ ਕਰਨੇ ਆ। ਮੇਰਾ ਖਿਆਲ ਹੈ ਕਿ ਇੱਕੋ ਸੀਐਮ ਚੰਗਾ ਚੁਣ ਲਿਆ ਜਾਵੇ, ਜਿਹੜਾ ਗਟਸੀ ਹੋਵੇ, ਇਮਾਨਦਾਰ ਹੋਵੇ, ਲੋਕਾਂ ਦੇ ਵਿੱਚ ਜਾ ਕੇ ਫਿਜ਼ੀਕਲੀ ਵੀ ਵਿਚਰਨ ਵਾਲਾ ਹੋਵੇ, ਹੈਲੀਕਾਪਟਰ ਵਾਲਾ ਨਹੀਂ ਚਾਹੀਦਾ, ਕਾਰਾਂ ਵਾਲਾ ਹੋਵੇ, ਜਿਹੜਾ ਰੋਡ ਵੀ ਦੇਖ ਲੈ, ਰੋਡਾਂ ਦੀ ਕੰਡੀਸ਼ਨ ਕੀ ਆ, ਲੋਕਾਂ ਦੀ ਕੰਡੀਸ਼ਨ ਕਿੱਦਾਂ ਆ ਉੱਥੇ, ਉੱਦਾਂ ਦਾ ਸੀਐਮ ਸਾਨੂੰ ਲਿਆ ਕੇ ਮੇਰਾ ਖਿਆਲ ਆਪਾਂ ਪੰਜਾਬ ਦਾ ਜ਼ਿਆਦਾ ਸੁਧਾਰ ਕਰ ਸਕਦੇ ਹਾਂ। ਬਾਕੀ ਗਿੱਲ ਸਾਹਿਬ ਹੈ, ਹੋਰ ਪੱਤਰਕਾਰ ਜਿਹੜੇ, ਇਹਨਾਂ ਨੂੰ ਸਾਰਿਆਂ ਨੂੰ ਇਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਔਰ ਇਹਨਾਂ ਇਹ ਚੀਜ਼ ਨੂੰ ਲੋਕਾਂ 'ਚ ਜ਼ਿਆਦਾ ਪ੍ਰਚਾਰਨਾ ਚਾਹੀਦਾ ਕਿ ਸੀਐਮ ਸਾਨੂੰ ਡਿਪਟੀ ਨਹੀਂ ਚਾਹੀਦੇ, ਸਾਨੂੰ ਗੁੱਡ ਸੀਐਮ ਚਾਹੀਦਾ, ਉਹ ਜਿਹੜਾ ਮਮਤਾ ਬੈਨਰਜੀ ਇਮਾਨਦਾਰ ਔਰ ਜਿਹੜਾ ਪੂਰੇ ਸੈਂਟਰ ਦੇ ਨਾਲ ਵੀ ਚੰਗੀ ਤਰ੍ਹਾਂ ਗੱਲਬਾਤ ਕਰ ਸਕੇ ਪੰਜਾਬ ਦੇ ਹਿੱਤ 'ਚ। ਥੈਂਕ ਯੂ ਜੀ। ਬਿਲਕੁਲ, ਥੈਂਕ ਯੂ ਸਰ। ਜੀ ਰਾਜੇਸ਼ ਜੀ, ਪਹਿਲਾਂ ਵਾਲਾ ਵੀ ਜਿਹੜਾ ਕੁਐਸਚਨ ਮੈਂ ਤੁਹਾਨੂੰ ਪੁੱਛਿਆ ਸੀਗਾ ਉਸ ਤੇ ਵੀ ਅਸੀਂ ਗੱਲ ਕਰਾਂਗੇ ਤੇ ਨਾਲ ਹੀ ਜਿਹੜੇ ਕਾਲਰਸ ਨੇ ਹੁਣ ਗੱਲ ਕਹੀ ਹੈ ਉਸ ਤੇ ਵੀ। ਦੇਖੋ ਜੀ, ਬੜੀ ਚੰਗੀ ਗੱਲ ਕਹੀ ਹੈ ਇਹਨਾਂ ਨੇ। ਸਾਨੂੰ ਸੀਐਮ ਵਾਕਈ ਸਟੇਟ ਨੂੰ ਕਿਸੇ ਨੂੰ ਵੀ ਅੱਗੇ ਲਿਜਾਣ ਵਾਸਤੇ ਸੀਐਮ ਤੇ ਇਸ ਤਰ੍ਹਾਂ ਦਾ ਚਾਹੀਦਾ ਜਿਹੜਾ ਕਿ ਹਰ ਲਿਹਾਜ਼ ਨਾਲ ਕਸੌਟੀ ਤੇ ਖਰਾ ਉਤਰਦਾ ਹੋਵੇ। ਬਿਲਕੁਲ, ਔਰ ਲੋਕਾਂ 'ਚ ਵਿੱਚ ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਗੱਲ ਪਹਿਲੇ ਸਵਾਲ ਜਿਹੜਾ ਤੁਸੀਂ ਕੀਤਾ ਕਿ ਕਿਉਂਕਿ ਉਹ ਜ਼ਖਮ ਅਜੇ ਵੀ ਅੱਲੇ ਨੇ, ਅਜੇ ਵੀ ਲੋਕ ਭੁੱਲੇ ਨਹੀਂ ਔਰ ਕਿਤੇ ਨਾ ਕਿਤੇ ਉਹ ਗੱਲ ਜਿਹੜੀ ਆ ਉਹ ਹੁੰਦੀ ਹੈ ਔਰ ਹੁਣ ਫੇਰ ਉੱਭਰਨੀ ਹੈ, ਗੱਲ ਜ਼ਿਆਦਾ ਉੱਭਰੇਗੀ ਤੇ ਕਿੱਥੇ ਆਪਾਂ ਇਨਸਾਫ ਦੀ ਮੰਗ ਕਰ ਸਕਦੇ ਹਾਂ।
ਦੇਖੋ ਜਦੋਂ ਮੈਂ ਸਟਾਰਟ ਦੇ ਵਿੱਚ ਸ਼ੁਰੂ ਕੀਤਾ ਸੀਗਾ ਕਿ ਇਸ ਵੇਲੇ ਕਾਂਗਰਸ ਨੂੰ ਆਪਣੀ ਸਥਿਤੀ ਜਿਹੜੀ ਹੈ ਨਾ ਉਸ ਦੀ ਇਹ ਨਜ਼ਰ ਆ ਰਹੀ ਹੈ ਕਿ ਜਦੋਂ ਹੁਣ ਉਹ ਵੋਟ ਮੰਗਣ ਨਿਕਲਣਗੇ ਤਾਂ ਵੋਟ ਮੰਗਣ ਤੇ ਲੋਕਾਂ ਦਾ ਪਹਿਲਾ ਸਵਾਲ ਇਹ ਹੋਏਗਾ ਕਿ ਤੁਸੀਂ ਇੰਨੀਆਂ ਸਿੱਟ ਬਣਾ ਛੜੀਆਂ, ਇੰਨਾ ਕੁਝ ਕਰ ਛੜਿਆ, ਤੇ ਇੱਕ ਵਿਸ਼ਵਾਸ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਲਓ ਜੀ ਹੁਣ ਤਾਂ ਇਨਸਾਫ ਮਿਲਿਆ ਹੀ ਮਿਲਿਆ, ਕਿਉਂਕਿ ਸੌਂਹਾਂ ਖਾ ਕੇ, ਗੁਟਕਾ ਸਾਹਿਬ ਦੀਆਂ ਸੌਂਹਾਂ ਖਾ ਕੇ, ਗੁਰੂ ਗ੍ਰੰਥ ਸਾਹਿਬ ਦੀਆਂ ਸੌਂਹਾਂ ਖਾ ਕੇ ਜਦੋਂ ਤੁਸੀਂ ਵਿਸ਼ਵਾਸ ਦਵਾਇਆ ਲੋਕਾਂ ਨੂੰ ਕਿ ਇਹ ਇਨਸਾਫ ਇਸ ਵੇਲੇ ਮਿਲੇਗਾ ਤਾਂ ਉਸ ਤੋਂ ਬਾਅਦ ਹੁਣ ਕਿਹੜੇ ਮੂੰਹ ਨਾਲ ਜਨਤਾ ਦੇ ਵਿੱਚ ਜਾਣਾ, ਇਹ ਮਜਬੂਰੀ ਹੈ ਸਭ ਤੋਂ ਵੱਡੀ ਕਾਂਗਰਸ ਵਾਸਤੇ। ਔਰ ਇਸੇ ਚੀਜ਼ ਨੂੰ ਲੈ ਕੇ ਜਿਹੜਾ ਰੇੜਕਾ ਪਿਆ ਹੋਇਆ ਹੈ, ਜਿਹੜੇ ਕੁਝ ਮੰਤਰੀ, ਕੁਝ MLA ਜਿਹੜੇ ਗੱਲ ਕਰ ਰਹੇ ਨੇ ਕਿ ਉਹ ਜਦੋਂ ਜਾਣਗੇ ਲੋਕਾਂ ਦੇ ਵਿੱਚ ਤਾਂ ਕਿਹੜਾ ਮੂੰਹ ਲੈ ਕੇ ਜਾਣਗੇ, ਲੋਕਾਂ ਦਾ ਸਾਹਮਣਾ ਕਿਵੇਂ ਕਰਨਗੇ ਜਦੋਂ ਇਹ ਸਵਾਲ ਪੁੱਛੇ ਜਾਣਗੇ ਉਹਨਾਂ ਕੋਲ ਕਿ ਤੁਸੀਂ ਹੁਣ ਤੱਕ ਕੀਤਾ ਕੀ ਹੈ, ਜਿੰਨੀਆਂ ਵੀ ਸਿੱਟ ਬਣਾਈਆਂ ਉਹਨਾਂ ਦੇ ਆਊਟਕਮ ਕੀ ਨੇ, ਤੁਸੀਂ ਕੀ ਕੁਝ ਕੀਤਾ। ਇੱਥੋਂ ਤੱਕ ਕਿ ਜਿਹੜੀ ਹੁਣ ਕੁੰਵਰ ਵਿਜੇ ਪ੍ਰਤਾਪ ਵਾਲੀ ਸੀਗੀ ਉਸ ਤੇ ਵੀ ਤੇ ਦੋਸ਼ ਜਿਹੜੇ ਅਲਟੀਮੇਟਲੀ ਭਾਵੇਂ ਕੋਰਟ ਦੇ ਥਰੂ ਹੋਇਆ ਸਭ ਕੁਝ, ਅਲਟੀਮੇਟਲੀ ਦੋਸ਼ ਜਿਹੜੇ ਸਰਕਾਰ ਤੇ ਲਾਏ ਜਾ ਰਹੇ ਨੇ ਕਿ ਉਹਨਾਂ ਨੇ ਚੱਜ ਦੇ ਵਕੀਲ ਨਹੀਂ ਖੜੇ ਕੀਤੇ ਜਾਂ ਉਹਨੂੰ ਪੁਰਜ਼ੋਰ ਤਰੀਕੇ ਨਾਲ ਨਹੀਂ ਰੱਖਿਆ ਗਿਆ ਜਿਸ ਕਰਕੇ ਜਿਸ ਤਰ੍ਹਾਂ ਰੱਖਣਾ ਚਾਹੀਦਾ ਸੀ, ਜਿਸ ਕਰਕੇ ਇਹ ਸਾਰਾ ਕੁਝ ਹੋ ਗਿਆ। ਇਹ तमाम ਚੀਜ਼ਾਂ ਜਿਹੜੀਆਂ ਕਾਂਗਰਸ ਦੀ ਗਲੇ ਦੀ ਹੱਡੀ ਬਣਿਆ ਹੈ ਇਸ ਵੇਲੇ। ਔਰ ਇਸੇ ਕਰਕੇ ਹੀ ਇਹ ਜਿਹੜਾ ਜੋ ਮੰਤਰਨਾ ਚੱਲਦੀ ਹੈ ਨਾ ਇਸ ਵੇਲੇ, ਜੋ ਕੁਝ ਵੀ ਚੱਲ ਰਿਹਾ, ਜਿੰਨੇ ਵੀ ਸਾਰਿਆਂ ਨੂੰ ਸੱਦਿਆ ਜਾ ਰਿਹਾ, ਗੱਲਾਂ ਕੀਤੀਆਂ ਜਾ ਰਹੀਆਂ, ਉਹਦੇ ਵਿੱਚ ਮੁੱਖ ਮੁੱਦਾ ਬੇਅਦਬੀ ਆ ਤੇ ਇਹਦੇ ਨਾਲ ਜੁੜਿਆ ਹੀ ਮੁੱਦਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਮੈਚ ਫਿਕਸਿੰਗ ਦੇ ਜਿਹੜੇ ਦੋਸ਼ ਲਾਏ ਜਾ ਰਹੇ ਨੇ, तमाम ਇਹਨਾਂ ਜਿਹੜੇ 5 ਸਾਲ ਹੋਣ ਵਾਲੇ ਨੇ, ਹੁਣ ਇਹਨਾਂ 5 ਸਾਲਾਂ ਦੇ ਵਿੱਚ ਜਿਹੜੇ ਜਿੰਨੇ ਵੀ ਦੋਸ਼ ਲਾਏ ਜਾ ਰਹੇ ਨੇ ਉਹਨਾਂ ਦੀ ਪੁਖਤਗੀ ਵਾਸਤੇ ਬਾਰ-ਬਾਰ ਜਿਹੜੀ ਆ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਵੱਲੋਂ ਹੋ ਗਏ ਜਾਂ ਜਿੰਨੇ ਵੀ ਆਪਾਂ ਜਿਹੜੇ ਡਿਸੀਡੈਂਟ ਵਿਧਾਇਕ ਨੇ, ਮੰਤਰੀ ਨੇ, ਉਹਨਾਂ ਦੀ ਆਪਾਂ ਗੱਲ ਕਰ ਲਈ, ਉਹ ਪੂਰੇ ਪੁਰਜੋਰ ਤਰੀਕੇ ਨਾਲ ਨੂੰ ਰੱਖ ਰਹੇ ਨੇ ਤੇ ਰੱਖਦੇ ਰਹਿਣਗੇ। ਤੇ ਇਸੇ ਕਰਕੇ ਮੈਂ ਫਿਰ ਉੱਥੇ ਹੀ ਆਵਾਂਗਾ ਕਿ ਬਹੁਤ ਜ਼ਰੂਰੀ ਹੈ ਕਿ ਜੇ ਹੁਣ ਮੀਟਿੰਗ ਹੋਈ ਆ, ਜੇ ਹੁਣ 3 ਮੈਂਬਰੀ ਕਮੇਟੀ ਬਣਾਈ ਆ, ਇਹਨਾਂ ਚੀਜ਼ਾਂ ਨੂੰ, ਇਹਨਾਂ ਮੁੱਦਿਆਂ ਨੂੰ ਹੋਣਾ ਪਤਾ ਕੀ ਆ, ਹੋਣਾ ਇਹ ਆ ਕਿ ਜੋ ਫੈਸਲਾ ਹੋਣਾ ਉਹਦੇ ਮੁਤਾਬਕ ਜੋ ਮੈਨੂੰ ਲੱਗ ਰਿਹਾ ਕਿ ਕੁਝ ਐਡਜਸਟਮੈਂਟ ਹੋਏਗੀ, ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਤੋਂ ਇਲਾਵਾ ਇਹ ਕਿਹਾ ਜਾਏਗਾ ਕਿ ਲਾਅ ਵਿਲ ਟੇਕ ਇਟਸ ਓਨ ਕੋਰਸ, ਇਹ ਕਿਹਾ ਜਾਏਗਾ ਕਿ ਕਾਨੂੰਨੀ ਜਿਹੜੀ ਆ ਉਹ ਪ੍ਰਕਿਰਿਆ ਚੱਲ ਰਹੀ ਆ ਔਰ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਕਿਤੇ ਨਾ ਕਿਤੇ ਮੁਕਾਮ ਤੇ ਜ਼ਰੂਰ ਪਹੁੰਚੇਗੀ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਿਹਾ ਜਾਏਗਾ ਕਿ ਕਿਉਂਕਿ ਦੇਖੋ ਇਸ ਮੀਟਿੰਗ ਦਾ ਪਹਿਲਾ ਏਜੰਡਾ ਇਹ ਰੱਖਿਆ ਗਿਆ ਕਿ ਜਿਹੜੀ ਸਰਦਾਰੀ ਆ ਉਹ ਤੇ ਕੋਈ ਸਵਾਲ ਨਹੀਂ, ਉਹ ਮੀਟਿੰਗ ਦਾ ਏਜੰਡਾ ਹੀ ਹੈ ਨਹੀਂ। ਇਹ ਗੱਲ ਜਿਹੜੀ ਆ ਹਰੀਸ਼ ਰਾਵਤ ਨੇ ਕਹੀ ਹੈ, ਕਿਉਂਕਿ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਆ ਔਰ ਇਸ ਕਮੇਟੀ ਦੇ ਵਿੱਚ ਵੀ ਹੈ 3 ਮੈਂਬਰੀ ਕਮੇਟੀ ਦੇ, ਸੋ ਉਹਨਾਂ ਦਾ ਜੋ ਕਿਹਾ ਹੋਇਆ ਉਸ ਨੂੰ ਅਸੀਂ ਸੁੱਟ ਨਹੀਂ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਜੀ ਆਹ ਨਹੀਂ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ CM-ਸ਼ਿਪ ਤੋਂ ਲਾਉਣ ਦੀ ਵੀ ਗੱਲ ਹੋ ਸਕੇ, ਸਰਕਾਰ ਟੌਪਲ ਕਰਨ ਦੀ ਵੀ ਗੱਲ ਹੋ ਸਕੇ, ਕਿਉਂਕਿ ਕਾਂਗਰਸ ਆਪ ਤੇ ਕਦੀ ਚਾਹੇਗੀ ਕਿ ਉਹਨਾਂ ਦੀ ਸਰਕਾਰ ਗਵਰਨਮੈਂਟ ਡਿੱਗੇ ਜਾਂ ਕੋਈ ਜਾਂ ਜਿਹੜਾ ਪੰਜਾਬ ਦਾ ਇੰਚਾਰਜ ਆ ਕਿਸੇ ਹੋਰ ਨੂੰ ਲਾ ਕੇ ਤੇ ਇਸ ਤਰ੍ਹਾਂ ਦਾ ਉਹ ਚੀਜ਼ ਕੀਤੀ ਜਾਵੇ ਜਿਹੜੀ ਕੈਪਟਨ ਨੂੰ ਵੀ ਐਕਸੈਪਟੇਬਲ ਨਾ ਹੋਏ, ਉਦੋਂ ਫਿਰ ਝਗੜਾ ਜਿਹੜਾ ਉਸੇ ਤਰੀਕੇ ਨਾਲ ਬਣਿਆ ਰਹੇ। ਹੁਣ ਦੋਵਾਂ ਧਿਰਾਂ ਨੂੰ ਜੋ ਖੁਸ਼ ਕਰਨ ਦਾ ਜੋ ਇੱਕ ਫਾਰਮੂਲਾ ਨਜ਼ਰ ਆ ਰਿਹਾ, ਇੱਕ ਤਾਂ ਇਹੀ ਆ ਜਿਹੜਾ ਹਾਲਾਂਕਿ ਉਹ ਰੇੜਕਾ ਹੈ, ਵਾਕਈ ਰੇੜਕਾ ਹੈ ਕਿ ਜੇ ਤੁਸੀਂ 2 ਡਿਪਟੀ CM ਲਾ ਦਿੰਦੇ ਹੋ ਤੇ ਇੱਕ CM ਹੈ, ਉਹ ਫਿਰ ਆਪਸ ਦੇ ਵਿੱਚ ਫੇਰ ਨਹੀਂ ਬਣਨੀ, ਉਹ ਰੇੜਕਾ ਫੇਰ ਪਿਆ ਰਹਿਣਾ ਜੀ। ਇਹ ਫਾਰਮੂਲਾ ਇੱਕ ਜਿਹੜਾ ਕਿ ਇਹਨਾਂ ਨੂੰ ਐਕਸੈਪਟੇਬਲ ਹੋ ਸਕਦਾ। ਦੂਸਰਾ ਇਹ ਆ ਕਿ ਹੁਣ ਇਹ ਸਭ ਤੋਂ ਵੱਡੀ, ਜਿਵੇਂ ਕਿ ਮੈਂ ਕਹਿ ਰਿਹਾ ਕਿ ਗਲੇ ਦੀ ਹੱਡੀ ਬਣੀ ਹੋਈ ਆ, ਉਹ ਹੁਣ ਕਿਵੇਂ ਜਿਹੜੇ 3 ਮੈਂਬਰ ਨੇ ਜਾਂ ਹਾਈ ਕਮਾਂਡ ਹੈ ਉਹ ਇਹ ਫੈਸਲਾ ਦੇ ਦੇਗੀ ਕਿ ਲਓ ਜੀ ਆਹ ਜਿਹੜਾ ਨਤੀਜਾ ਵਾ ਬੇਅਦਬੀ ਕਾਂਡ ਦਾ ਜਿਹੜਾ ਉਹ ਤੁਸੀਂ ਬਾਦਲਾਂ ਖਿਲਾਫ ਕਾਰਵਾਈ ਕਰੋ, ਫੜ ਕੇ ਇਹਨਾਂ ਨੂੰ ਅੰਦਰ ਦਿਓ, ਇਹ ਕਰੋ। ਇਹ ਕਿਵੇਂ ਹੋ ਜਾਏਗਾ? ਇਹ ਜਿਹੜੀ ਬੜੀ ਜਿਹੜੀ ਆ ਨਾ ਸਥਿਤੀ ਜਿਹੜੀ ਆ ਉਹ ਹੈਰਾਨ ਕਰ ਦੇਣ ਵਾਲੀ ਹੋਏਗੀ ਜੇ ਕੋਈ ਇਦਾਂ ਦੇ ਨਤੀਜੇ ਜਿਹੜੇ ਆ ਉਹ ਜੇ ਸਾਹਮਣੇ ਆਉਂਦੇ ਨੇ। ਤਾਂ ਕਾਂਗਰਸ ਨੂੰ ਆਪਣਾ ਜਿਹੜਾ ਘਰ ਸਵਾਰਨ ਵਾਸਤੇ ਇਹ ਬੜਾ ਕੁਝ ਸੋਚ ਸਮਝ ਕੇ ਜਿਹੜਾ ਫੈਸਲੇ ਲੈਣੇ ਪੈਣੇ ਆ। ਤਲਖੀਆਂ ਐਵੇਂ ਨਹੀਂ ਨਜ਼ਰ ਆ ਰਹੀਆਂ ਚਿਹਰਿਆਂ ਦੇ ਉੱਤੇ, ਉਹ ਇਸੇ ਕਰਕੇ ਨਜ਼ਰ ਆ ਰਹੀ ਜੀ। ਢਿੱਲੋਂ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਾਹ ਜੀ ਸਤਿ ਸ਼੍ਰੀ ਅਕਾਲ। ਰਜੇਸ਼ ਗਿੱਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਪ੍ਰੋਗਰਾਮ ਤੁਹਾਡਾ ਦੇਖ ਰਹੀ ਸੀਗੀ ਜੀ। ਤੇ ਰਜੇਸ਼ ਜੀ ਕਾਫੀ ਅੱਛੀ ਤਰ੍ਹਾਂ ਦੱਸ ਰਹੇ ਆ ਜਿਵੇਂ ਕਿ ਮਤਲਬ ਇਹ ਮੀਟਿੰਗ ਚੋਂ ਨਿਕਲਣਾ ਤਾਂ ਕੁਝ ਨਹੀਂ ਹੈਗਾ, ਹੈਨਾ। ਹਾਂਜੀ। ਤੇ ਬਾਕੀ ਜੋ ਪੰਜਾਬ ਦੀ ਜੋ ਸਿਚੁਏਸ਼ਨ ਹੈਗੀ ਉਹਦੇ ਹਿਸਾਬ ਦੇ ਨਾਲ ਇਹਨਾਂ ਦੋਨਾਂ ਪਾਰਟੀਆਂ ਚ ਤੇ ਕੋਈ ਆਸ ਮੈਨੂੰ ਨਹੀਂ ਲੱਗਦਾ ਵੀ ਕੁਝ ਬਣੇਗਾ। ਤੇ ਡਿਪਟੀ CM ਬਣਾਉਣ ਚਿਹਰਾ ਲਿਆਉਣ ਨਾਲ ਕੁਝ ਨਹੀਂ ਬਣਨਾ, ਕਿਉਂਕਿ ਇਹਦੇ ਇੱਕ ਤਰ੍ਹਾਂ ਦੀ ਇਹ ਫੇਰ ਉਹੀ ਗੱਲ ਵੀ ਡਿਵਾਈਡ ਐਂਡ ਰੂਲ ਵਾਲੀ ਗੱਲ ਹੈ ਨਾ, ਮਤਲਬ ਕਿ ਆਪਸ ਵਿੱਚ ਲੋਕਾਂ ਨੂੰ ਤੇ ਇਹਨਾਂ ਨੇ ਉਹਦੇ ਚੋਂ ਨਿਕਲਣਾ ਕੁਝ ਨਹੀਂ ਹੈਗਾ।
ਤੇ ਜਨਤਾ ਨੂੰ ਹੀ ਸੋਚਣਾ ਪੈਣਾ ਹੈ ਕਿ ਕੋਈ ਏਦਾਂ ਥਰਡ ਪਾਰਟੀ ਜਿੱਦਾਂ ਮਮਤਾ ਬੈਨਰਜੀ ਵਰਗੀ ਕੋਈ ਸਟਰੋਂਗ ਹੋਏ ਬੰਦਾ ਅੱਗੇ ਆ ਕੇ ਮਤਲਬ ਤੁਹਾਨੂੰ ਗਾਈਡ ਕਰ ਸਕੇ ਤੇ ਉਹਨੂੰ ਅੱਗੇ ਲਿਆਉਣ ਤਾਂ ਕਿ ਪੰਜਾਬ ਦਾ ਕੁਝ ਬਣ ਸਕੇ। ਅਦਰਵਾਈਜ਼ ਜੇ ਏਦਾਂ ਹੀ ਰਿਹਾ ਇਹਨਾਂ ਦਾ ਕਦੀ ਅਕਾਲੀ ਤੇ ਕਦੀ ਕਾਂਗਰਸ ਦਾ ਨੇਚਰ ਤੋਂ ਹੀ ਅਸੀਂ ਦੇਖ ਰਹੇ ਹਾਂ, ਸਾਡੇ ਹੱਥ ਪੱਲੇ ਕੁਝ ਨਹੀਂ ਪੈਣਾ ਹੈ ਨਾ ਜੀ ਬਿਲਕੁਲ। ਮੇਰਾ ਖਿਆਲ ਇਹੀ ਹੈ ਕਿ ਜਿੱਦਾਂ ਕੁਝ ਕਾਲਰਸ ਨੇ ਵੀ ਇਹ ਚੀਜ਼ ਦਿੱਤਾ ਹੈ ਆਪਣੇ ਨਿਊਜ਼ ਦਿੱਤੇ ਹੈ ਵੀ ਏਦਾਂ ਦਾ ਕੋਈ ਸਟਰੋਂਗ ਥਰਡ ਪਾਰਟੀ ਆਵੇ ਜਿਹਦੇ ਨਾਲ ਪੰਜਾਬ ਸੁਧਾਰ ਹੋ ਸਕੇ। ਬਿਲਕੁਲ। ਸੋ ਥੈਂਕ ਯੂ ਜੀ ਚਲੋ ਜੀ, ਥੈਂਕ ਯੂ। ਸੋ ਸਟਰੋਂਗ ਪਾਰਟੀ ਦੀ ਹੀ ਗੱਲ ਜਿਹੜੀ ਹੈ, ਸਟਰੋਂਗ ਧੜੇ ਦਾ ਹੀ ਇੱਕ ਇੱਦਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਵੀ ਐਂਟਰੀ ਕਿਸੇ ਅਜਿਹੇ ਸਟਰੋਂਗ ਧੜੇ ਦੀ ਹੋ ਜਾਏ, ਉਹ ਸਟਰੋਂਗ ਗਰੁੱਪ ਜਿਹਨੂੰ ਲੱਗੇ ਵੀ ਅੱਗੇ ਜਿਹੜੀ ਹੈ ਅਗਵਾਈ ਜਿਹੜੀ ਪੰਜਾਬ ਦੀ ਹੈ ਵਧੀਆ ਤਰੀਕੇ ਨਾਲ ਕਰ ਸਕਦੇ ਨੇ। ਸੋ ਦੇਖਦੇ ਹਾਂ ਕਿ ਰਾਜੇਸ਼ ਜੀ ਹੋ ਸਕਦਾ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਧੜਾ ਹੀ ਸਾਹਮਣੇ ਆ ਜਿਹੜਾ ਸਟਰੋਂਗ ਪੋਜੀਸ਼ਨ ਦੇ ਵਿੱਚ ਹੈ, ਉਹ ਵੱਖਰੇ ਤਰੀਕੇ ਨਾਲ ਹੰਭਲਾ ਮਾਰ ਜਾਏ, ਕਿਉਂਕਿ ਆਖਰੀ ਮੂਵਮੈਂਟ ਦੇ ਉੱਤੇ ਇੱਦਾਂ ਦੇ ਧੜੇ ਜ਼ਰੂਰ ਉੱਠਦੇ ਨੇ। ਹਾਲਾਂਕਿ ਕਈ ਧੜੇ ਉੱਠੇ ਉਹ ਖਤਮ ਵੀ ਹੋ ਗਏ, ਜ਼ਿਆਦਾ ਉਹਨਾਂ ਦਾ ਨਾਮ ਨਹੀਂ ਹੋਇਆ, ਪਰ ਮੈਨੂੰ ਲੱਗਦਾ ਕਿ ਜਿਹੜਾ ਡੈਮੇਜ ਹੁਣ ਚੱਲਦਾ ਪਿਆ ਨਾ, ਜਿੱਦਾਂ ਦੀ ਹੁਣ ਸਿਚੁਏਸ਼ਨ ਹੈ, ਉਹਦੇ ਵਿੱਚ ਕੁਝ ਮਜ਼ਬੂਤ ਜਿਹੜੇ ਆਗੂ ਨੇ, ਖੈਰ ਉਹ ਆਗੂ ਜਾਣਦੇ ਹੀ ਨੇ ਜਿਹੜੇ ਮਜ਼ਬੂਤ ਨੇ, ਉਹ ਇੱਕ ਧੜਾ ਆਪਣਾ ਬਣਾ ਕੇ ਜੇ ਅੱਗੇ ਆ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਇਸ ਚੀਜ਼ ਦਾ ਫਾਇਦਾ ਜਿਹੜਾ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਮਿਲ ਜਾਏ। ਦੇਖੋ ਬਿਲਕੁਲ, ਕਿਉਂਕਿ ਹਜੇ ਜਿਹੜਾ ਚੌਥਾ ਫਰੰਟ ਹੈ, ਕਿਉਂਕਿ ਇੱਕ ਫਰੰਟ ਮੈਂ ਮੰਨਣਾ ਕਾਂਗਰਸ ਹੋ ਗਈ, ਦੂਸਰਾ ਹੋ ਗਿਆ ਅਕਾਲੀ ਦਲ, ਤੀਸਰਾ ਬੀਜੇਪੀ ਹੋ ਗਿਆ, ਚੌਥਾ ਫਰੰਟ ਜੇ ਆਪਾਂ ਬਣਾਉਣ ਦੀ ਗੱਲ ਕਰੀਏ। ਨਹੀਂ, ਪਰ ਆਪ ਜੇ ਅਸੀਂ ਆਪ ਦੀ ਵੀ ਗੱਲ ਕਰਦੇ ਹਾਂ, ਕਿਸੇ ਨਾ ਕਿਸੇ ਵਿਰੋਧੀ ਜੇ ਆਪ ਇਕੱਲਿਆਂ ਚੋਣ ਲੜਦੀ ਹੈ ਤੇ ਫਿਰ ਤੇ ਆਪਾਂ ਕਹਾਂਗੇ ਕਿ ਪੰਜਵਾਂ ਫਰੰਟ, ਪਰ ਹਜੇ ਤੱਕ ਉਸ ਦੀ ਜਿਹੜੀ ਆ ਲੱਗ ਨਹੀਂ ਰਹੀ ਕਿ ਇਕੱਲਿਆਂ ਸਾਰਿਆਂ 117 ਵਿਧਾਨ ਸਭਾ ਦੇ ਚੋਣ ਲੜਨਗੇ, ਉਹ ਨਜ਼ਰ ਨਹੀਂ ਆ ਰਹੀ। ਇਸ ਕਰਕੇ ਕਿਉਂਕਿ ਕੋਸ਼ਿਸ਼ਾਂ ਵੀ ਹੋਈਆਂ, ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਕੋਸ਼ਿਸ਼ਾਂ ਆਈਆਂ, ਢੀਂਡਸਾ ਪਰਿਵਾਰ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਪਰ ਉਹ ਸੈਬੋਟੇਜ ਹੋ ਗਈ, ਸਾਰੀ ਗੱਲ ਖਤਮ ਹੋ ਗਈ, ਉੱਥੇ ਦੀ ਉੱਥੇ ਰਹਿ ਗਈ। ਹੋਰ ਵੀ ਕਈ ਕੋਸ਼ਿਸ਼ਾਂ ਇਸ ਤੋਂ ਪਹਿਲਾਂ ਜਿਹੜਾ ਟਕਸਾਲੀ ਗਰੁੱਪ ਜਿਹੜਾ ਬਣਿਆ ਅਕਾਲੀ ਦਲ ਦਾ, ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਹਰ ਵਾਰੀ ਜਿਹੜਾ ਸੀਗਾ ਉਹ ਕੇਂਦਰ ਬਿੰਦੂ ਆਮ ਆਦਮੀ ਪਾਰਟੀ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਚਲੋ ਠੀਕ ਹੈ, ਵੱਡੀ ਪਾਰਟੀ ਹੈ, ਇਸ ਪਾਰਟੀ ਨੂੰ ਜਿਹੜਾ ਹੈ ਉਹ ਕੇਂਦਰ ਬਿੰਦੂ ਬਣਾ ਕੇ ਇੱਕ ਚੌਥਾ ਫਰੰਟ ਬਣਾਇਆ ਜਾਏ, ਬਣਾ ਕੇ ਤੇ ਕਿਸੇ ਤਰੀਕੇ ਨਾਲ ਕਾਮਯਾਬੀ ਹਾਸਲ ਕੀਤੀ ਜਾਏ, ਕਿਉਂਕਿ ਇਹ ਹੋ ਵੀ ਸਕਦਾ ਵਾ ਪ੍ਰੈਕਟੀਕਲ ਇਹ ਚੀਜ਼ਾਂ, ਔਰ ਇਹ ਚੀਜ਼ਾਂ ਨਹੀਂ ਹੋ ਸਕੀਆਂ ਕਿਉਂਕਿ ਜਿਹੜੇ ਛੋਟੇ ਧੜੇ ਨੇ ਨਾ, ਉਹਨਾਂ ਦੇ ਲੀਡਰ ਜਿਹੜੇ ਨੇ, ਉਹ ਲੀਡਰ ਇਹੋ ਜਿਹੇ ਨੇ ਜਿਹੜੇ ਕਿ ਮਤਲਬ ਕਿਸੇ ਨਾਲ ਲਾ ਕੇ ਨਹੀਂ ਖਾ ਸਕਦੇ। ਉਹ ਇਸ ਕਰਕੇ ਜਿਹੜੀਆਂ ਚੀਜ਼ਾਂ ਨਹੀਂ ਬਣ ਸਕੀਆਂ। ਦੇਖੋ ਤੁਸੀਂ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਸੀ, ਬੈਂਸ ਭਰਾਵਾਂ ਵੱਲੋਂ ਨਾਲ ਮਿਲ ਕੇ ਜਿਹੜਾ ਸੀ ਖਹਿਰਾ ਸੀ, ਇਹ ਸਾਰੇ ਜਿਹੜੇ ਫਾਇਰ ਬ੍ਰਾਂਡ ਇੱਕ ਮਿਆਨ ਦੇ ਵਿੱਚ ਕਈ ਤਲਵਾਰਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਠਾ ਕਰਕੇ ਸਾਰੇ ਖਿਲਰ ਗਏ। ਇਹ ਚੀਜ਼ਾਂ ਜਿਹੜੀਆਂ ਨਾ ਉਹ ਨਹੀਂ ਹੋ ਪਾ ਰਹੀਆਂ, ਪੋਸੀਬਲ ਨਹੀਂ ਹੋ ਪਾ ਰਹੀਆਂ, ਔਰ ਇਸੇ ਕਰਕੇ ਮੁੜ ਘੁੜ ਕੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਉਹ ਪਾਰਟੀਆਂ ਜਿਹੜੀਆਂ ਨੇ ਉਹ ਸੀਨਾ ਤਾਣ ਕੇ ਚੱਲਦੀਆਂ, ਭਾਵੇਂ ਉਹਨਾਂ ਦੇ ਅੰਦਰ 100 ਉਲਝਣਾਂ ਨੇ, ਭਾਵੇਂ ਉਹਨਾਂ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਕਿਤੇ ਨਾ ਕਿਤੇ ਡਾਵਾਂਡੋਲ ਹੁੰਦਾ ਜਾ ਰਿਹਾ ਹੈ, ਪਰ ਉਸਦੇ ਬਾਵਜੂਦ ਰਵਾਇਤੀ ਪਾਰਟੀਆਂ ਜਿਹੜੀਆਂ ਉਹ ਇਸ ਕੌਨਫੀਡੈਂਸ ਨੂੰ ਲੈ ਕੇ ਚੱਲਦੀਆਂ ਕਿ ਅਲਟੀਮੇਟਲੀ ਸੱਤਾ ਦੀ ਕੁੰਜੀ ਉਹਨਾਂ ਦੇ ਹੱਥ ਵਿੱਚ ਹੀ ਆਏਗੀ। ਇਹ ਜਿਹੜੇ ਦੇਖੋ ਆਮ ਆਦਮੀ ਪਾਰਟੀ, ਠੀਕ ਆ, ਮੈਂ ਮੰਨਣਾ ਕਿ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਅੰਡਰ ਕਰੰਟ ਚੱਲਦਿਆ ਵਾ, ਪਰ ਉਹ ਜਿਹੜੀ ਲੀਡਰਸ਼ਿਪ ਦੀ ਲੋੜ ਆ, ਉਹ ਲੀਡਰਸ਼ਿਪ ਕਿਤੇ ਨਾ ਕਿਤੇ ਨਹੀਂ ਮਿਲ ਪਾ ਰਹੀ, ਔਰ ਇਸੇ ਕਰਕੇ ਤੇ ਵਾਰ-ਵਾਰ ਗੱਲਾਂ ਹੁੰਦੀਆਂ। ਦੇਖੋ ਜੀ, ਆਮ ਲੋਕਾਂ ਦੇ ਵਿੱਚ ਅਸੀਂ ਗੱਲਾਂ ਕਰਦੇ, ਜੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਆ ਜੇ ਤੇ ਫਿਰ ਦੇਖੋ ਜੀ, ਫਿਰ ਆਮ ਆਦਮੀ ਪਾਰਟੀ ਆ ਜਾਏਗੀ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਹੋ ਪਾ ਰਹੀਆਂ, ਨਹੀਂ ਸੈਟਲ ਹੋ ਪਾ ਰਹੀਆਂ, ਔਰ ਇਸੇ ਕਰਕੇ ਜਿਹੜੇ ਕਾਂਗਰਸ ਹੈ, ਕਾਂਗਰਸ ਦੇ ਦੇਖੋ ਹਾਲਾਤ ਕਿਹੋ ਜਿਹੇ ਨੇ ਇਸ ਵੇਲੇ, ਕਿੰਨੇ ਮਾੜੇ ਹਾਲਾਤ ਨੇ, ਪਰ ਉਹ ਇਸ ਗੱਲ ਨੂੰ ਲੱਗਦਾ ਹੈ ਕਿ ਜੇ ਆਹ 2-3 ਚੀਜ਼ਾਂ ਉਹ ਠੀਕ ਕਰ ਲੈਂਦੇ ਨੇ ਤੇ ਉਹ ਸੱਤਾ ਦੇ ਵਿੱਚ ਵਾਪਸ ਆ ਜਾਣਗੇ। ਅਕਾਲੀ ਦਲ ਨੂੰ ਵੀ ਇਹ ਲੱਗ ਰਿਹਾ ਕਿ ਹੁਣ ਅਕਾਲੀ ਦਲ ਉਹ ਸਮਝਦੇ ਨੇ ਕਿ ਕਾਂਗਰਸ ਜਿਹੜੀ ਆ ਆਪਸੀ ਖਾਨਾ ਜੰਗੀ ਦੇ ਵਿੱਚ ਇੰਨੀ ਮਸ਼ਗੂਲ ਹੋ ਗਈ ਆ ਕਿ ਉਹ 2-3 ਮਹੀਨੇ ਤੇ ਇਹਨੂੰ ਠੀਕ ਕਰਦੇ ਹੀ ਲੰਘ ਜਾਣਗੇ, ਤਾਂ ਜਿਹੜਾ ਉਹਨਾਂ ਦੇ ਉੱਤੇ ਅਟੈਕ ਹੁੰਦੇ ਨੇ ਵਾਰ-ਵਾਰ, ਉਹ ਅਟੈਕ ਜਿਹੜੇ ਕਿਤੇ ਨਾ ਕਿਤੇ ਇੱਕ ਪਾਸੇ ਰਹਿ ਜਾਣਗੇ, ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਅਟੈਕ ਤਾਂ ਜ਼ਰੂਰ ਕਰਦੀ ਹੈ, ਪਰ ਉਹਨੇ ਪ੍ਰਭਾਵੀ ਢੰਗ ਨਾਲ ਜਿਹੜੇ ਅਟੈਕ ਨਹੀਂ ਹੋ ਪਾ ਰਹੇ ਅਕਾਲੀ ਦਲ ਦੇ ਉੱਤੇ, ਜਿਹੜੇ ਕਿ ਹੋਣੇ ਚਾਹੀਦੇ ਸੀ, ਤੇ ਤਾਂ ਕਿ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲ ਸਕੇ। ਇਹ ਚੀਜ਼ਾਂ ਜਿਹੜੀਆਂ ਨਾ ਕਿਤੇ ਨਾ ਕਿਤੇ ਜਿਹੜਾ ਚੌਥੇ ਫਰੰਟ ਦੀ ਹੋਰ ਡਿਮਾਂਡ ਵਧਾਉਂਦਾ ਕਿ ਚੌਥਾ ਫਰੰਟ ਇੱਕ ਬਣੇ, ਔਰ ਉਸਦੇ ਉਹ ਜਿਹੜੀ ਆ ਮਿਲ ਕੇ ਪੰਜਾਬ ਦੇ ਵਿੱਚ, ਕਿਉਂਕਿ ਦੇਖੋ ਜਿੰਨੇ ਕਾਲਰ ਆਏ ਹੁਣ ਤੱਕ ਰਾਜੇਸ਼ ਜੀ, ਇਹ ਗੱਲ ਵੀ ਤਾਂ ਨਹੀਂ ਆਪਾਂ ਭੁੱਲ ਸਕਦੇ ਵੀ ਹੁਣ ਤੱਕ ਕਾਂਗਰਸ ਅਕਾਲੀਆਂ ਨੇ ਚੌਥਾ ਫਰੰਟ ਕੋਈ ਬਣਨ ਨਹੀਂ ਦਿੱਤਾ, ਤੀਜਾ ਫਰੰਟ ਵੀ ਨਹੀਂ ਖੜਾ ਹੋਣ ਦਿੰਦੇ। ਦੇਖੋ ਇਸੇ ਚੀਜ਼ ਨੂੰ ਤਾਂ ਕਹਿੰਦੇ ਨੇ, ਆ ਫਿਕਸਿੰਗ ਮੈਚ ਕਿਉਂ ਕਹਿੰਦੇ ਨੇ, ਇਸੇ ਕਰਕੇ ਤੇ ਹੋ ਰਿਹਾ, ਮੁੜ ਕੁੜ ਕੇ ਸੂਈ ਤੇ ਉੱਥੇ ਹੀ ਆਉਣੀ ਆ ਕਿ ਜਾਂ ਇੱਕ ਵਾਰੀ ਤੁਸੀਂ ਰਾਜ ਕਰ ਲਓ, ਇੱਕ ਵਾਰੀ ਅਸੀਂ ਰਾਜ ਕਰ ਲਈਏ। ਇਹ ਜਿਹੜੀਆਂ ਗੱਲਾਂ ਇਸੇ ਕਰਕੇ ਤੇ ਹੋ ਰਹੀਆਂ। ਦੂਜੀ ਗੱਲ ਦੇਖੋ ਤੁਸੀਂ, ਜਿੰਨੇ ਕਾਲਰਸ ਆਏ ਆ, ਕਾਲਰ ਜਿਹੜੇ ਨੇ
ਜੋ ਵੱਖ-ਵੱਖ ਲੀਡਰ ਕਹਿ ਰਹੇ ਨੇ, ਨਵਜੋਤ ਸਿੰਘ ਸਿੱਧੂ ਕਹਿ ਰਿਹਾ ਜਾਂ ਹੋਰ ਕਈ ਜਿਹੜੇ ਅਸੀਂ ਆਮ ਵਿਧਾਇਕਾਂ ਨਾਲ ਕਿਸੇ ਨਾਲ ਗੱਲ ਕਰਦੇ ਆ, ਉਹਨਾਂ ਕੋਲ ਜੋ ਗੱਲਾਂ ਸੁਣਦੇ ਨੇ, ਇਹ ਸਾਰੇ ਕਾਲਰ ਉਹਨਾਂ ਦੀ ਤਰਜਮਾਨੀ ਕਰ ਰਹੇ ਨੇ। ਤੇ ਕਿਤੇ ਨਾ ਕਿਤੇ ਇਹਨਾਂ ਪਬਲਿਕ ਦੀ ਆਵਾਜ਼ ਜਿਹੜੀ ਆ, ਉਹ ਜਿਹੜੀ ਆ ਟਵਿੱਟਰ ਦੇ ਜ਼ਰੀਏ ਜਾਂ ਕੋਈ ਹੋਰ ਪਲੇਟਫਾਰਮ ਦੇ ਜ਼ਰੀਏ ਨਿਕਲ ਰਹੀ ਹੈ। ਉਹ ਸਿਰਫ ਆਮ ਲੋਕਾਂ ਦੀ ਆਵਾਜ਼। ਆਮ ਲੋਕ ਕੀ ਸੋਚ ਰਹੇ ਨੇ ਤੁਸੀਂ ਦੇਖੋ ਨਾ, ਜਿੰਨੇ ਵੀ ਕਾਲਰ ਆਏ ਨੇ ਉਹ ਕਹਿ ਰਹੇ ਸਾਨੂੰ ਏਦਾਂ ਦਾ ਸੀਐਮ ਚਾਹੀਦਾ। ਉਹ ਇਹ ਕਹਿ ਰਹੇ ਆ ਕਿ ਤੁਸੀਂ ਪਹਿਲੋਂ ਆਹ ਚੀਜ਼ਾਂ ਠੀਕ ਕਰ ਲਓ, ਤਾਂ ਫਿਰ ਇੱਥੋਂ ਤੱਕ ਕਹਿ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਹੀ ਜਿਤਾਉਣਾ ਇਸ ਵਾਰੀ। ਇਹ ਚੀਜ਼ਾਂ ਕਿੱਥੋਂ ਨਿਕਲ ਕੇ ਆ ਰਹੀਆਂ? ਸਿਰਫ ਇਹ ਤਾਂ ਨਹੀਂ ਕਹਿ ਸਕਦੇ ਕਿ ਨਵਜੋਤ ਸਿੰਘ ਸਿੱਧੂ ਨੇ ਸਾਰਿਆਂ ਦੇ ਦਿਮਾਗ ਦੇ ਵਿੱਚ ਫੀਡ ਕਰ ਦਿੱਤੀਆਂ, ਜਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਕਿਸੇ ਹੋਰ ਲੀਡਰ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਫੀਡ ਕਰਤੀਆਂ। ਪਬਲਿਕ ਚੋਂ ਨਿਕਲਦੀਆਂ ਨੇ ਗੱਲਾਂ, ਔਰ ਪਬਲਿਕ ਦੀਆਂ ਗੱਲਾਂ ਜਿਹੜੀਆਂ ਹੈ, ਉਹ ਉਹੀ ਗੱਲਾਂ ਜਿਹੜੀਆਂ ਅੱਗੇ ਲੀਡਰ ਹੁੰਦੇ ਨੇ ਉਹਨਾਂ ਦੀ ਤਰਜਮਾਨੀ ਕਰਦੇ ਨੇ, ਉਹਨਾਂ ਨੂੰ ਐਜ਼ ਅ ਸਪੋਕਸ ਪਰਸਨ ਅੱਗੇ ਗੱਲਾਂ ਕਰਦੇ ਨੇ। ਤੇ ਇਹੀ ਡੈਮੋਕ੍ਰੇਸੀ ਹੈ। ਇਹੀ ਡੈਮੋਕ੍ਰੇਸੀ ਜਿਹੜੀ ਜਨਤਾ ਦੀ ਆਵਾਜ਼ ਆ, ਜਦੋਂ ਉਹਨੂੰ ਇੱਕ ਸ਼ੇਪ ਮਿਲੇਗੀ, ਉਹਨੂੰ ਜਦੋਂ ਰੰਗਤ ਮਿਲੇਗੀ, ਤਾਂ ਫੇਰ ਹੀ ਚੰਗੀ ਸੱਤਾ ਜਿਹੜੀ ਸਾਹਮਣੇ। ਬਿਲਕੁਲ, ਕਿਉਂਕਿ ਬੇਸ਼ੱਕ ਜਿਹੜੇ ਸਾਡੇ ਕਾਲਰਸ ਨੇ ਜ਼ਿਆਦਾਤਰ ਕੈਨੇਡੀਅਨਸ ਨੇ, ਕੈਨੇਡਾ ਤੋਂ ਕਾਲ ਕਰਦੇ ਨੇ, ਬੇਸ਼ੱਕ ਕੈਨੇਡਾ ਦੇ ਵਿੱਚ ਆ ਚੁੱਕੇ ਨੇ। ਹੁਣ ਮੁੱਖ ਮੰਤਰੀ ਜਿਹੜਾ ਉਹਨਾਂ ਦਾ ਇੱਥੋਂ ਦੇ ਹਿਸਾਬ ਨਾਲ ਹੀ ਹੁਣ ਜਿਹੜੀ ਵੀ ਸਿਸਟਮ ਦੇ ਵਿੱਚ ਉਹ ਚੱਲ ਰਹੇ ਨੇ, ਬਟ ਫਿਰ ਵੀ ਪੰਜਾਬ ਦੇ ਵਿੱਚ ਇਹਨਾਂ ਦਾ ਸਾਰਿਆਂ ਦੇ ਆਪਣੇ ਬੈਠੇ ਨੇ, ਇਹਨਾਂ ਦਾ ਦਿਲ ਪੰਜਾਬ ਦੇ ਵਿੱਚ ਰਹਿੰਦਾ ਹੈ ਤੇ ਪੰਜਾਬ ਨੂੰ ਹੀ ਲੈ ਕੇ ਜਿਹੜੀ ਇਹਨਾਂ ਦੀ ਫਿਕਰ ਹੈਗੀ ਹੈ ਉਹ ਦਿਖਾਈ ਦਿੰਦੀ ਹੈ। ਇਹ ਅੱਜ ਵੀ ਪੰਜਾਬ ਨੂੰ ਲੈ ਕੇ ਫਿਕਰਮੰਦ ਹੁੰਦੇ ਨੇ ਤੇ ਚਾਹੁੰਦੇ ਨੇ ਵੀ ਉੱਥੇ ਸਿਸਟਮ ਠੀਕ ਹੋ ਜਾਏ। ਜਿਹੜੇ ਮੁੱਖ ਮੰਤਰੀ ਨੇ, ਸਰਕਾਰਾਂ ਨੇ ਜਿਹੜੀਆਂ ਵੀ ਬਣ ਰਹੀਆਂ ਨੇ, ਉਹ ਕਿਤੇ ਨਾ ਕਿਤੇ ਲੋਕਾਂ ਦੇ ਹਿੱਤ ਲਈ ਸੋਚਣ, ਤਾਂ ਕਿ ਇਹ ਵੀ ਜਦੋਂ ਉੱਥੇ ਜਾਂਦੇ ਨੇ, ਆਪਣਿਆਂ ਨੂੰ ਜਾ ਕੇ ਮਿਲਦੇ ਨੇ, ਤਾਂ ਸੋਹਣੇ ਸਿਸਟਮ ਦੇ ਵਿੱਚ ਜਾ ਕੇ ਵਿਚਰਨ ਤੇ ਸੋਹਣਾ ਸਿਸਟਮ ਉੱਥੇ ਦੇਖ ਕੇ ਖੁਸ਼ ਹੋਣ। ਬਿਲਕੁਲ, ਇਹ ਦੇਖੋ, ਆਫਟਰ ਆਲ ਪੰਜਾਬੀ ਨੇ ਦਿਲ, ਜਿਹੜਾ ਪੰਜਾਬੀ ਹੁੰਦਾ ਉਹ ਪੰਜਾਬੀ ਕਿਤੇ ਵੀ ਧੜਕੇਗਾ, ਉਹ ਪੰਜਾਬ ਤੇ ਪੰਜਾਬੀਅਤ ਵਾਸਤੇ ਧੜਕੇਗਾ। ਇਹ 'ਚ ਤੇ ਕੋਈ ਦੋ ਰਾਏ ਨਹੀਂ। ਔਰ ਬੜੀ ਗੌਰ ਨਾਲ ਵਾਚਦੇ ਨੇ ਪੰਜਾਬ ਦੀਆਂ ਸਾਰੀਆਂ ਗਤੀਵਿਧੀਆਂ ਨੂੰ। ਜਿੱਦਾਂ ਫੋਨ ਕਰਦੇ ਨੇ, ਗੱਲ ਕਰਦੇ ਨੇ, ਉੱਥੋਂ ਹੀ ਪਤਾ ਲੱਗ ਜਾਂਦਾ ਕਿ ਇਹ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਗਤੀਵਿਧੀਆਂ ਦੇ ਵਿੱਚ, ਪੰਜਾਬ ਦੀਆਂ ਸਮਾਜਿਕ ਆਰਥਿਕ ਨੀਤੀਆਂ ਦੇ ਵਿੱਚ ਧਿਆਨ ਦਿੰਦੇ ਨੇ ਪੂਰਾ ਬਕਾਇਦਾ। ਔਰ ਉਸ ਚੀਜ਼ ਦੀ ਤਰਜਮਾਨੀ ਇਹਨਾਂ ਦੀ ਫੋਨ ਤੋਂ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਕਿ ਔਰ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਪੂਰੇ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਰਹੀ ਹੈ। ਇਸੇ ਕਰਕੇ ਪਹੁੰਚ ਰਹੀ ਹੈ ਜੀ। ਬਿਲਕੁਲ। ਸੋ ਰਾਜੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਕੱਲ ਫਿਰ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ ਨਵੇਂ ਟੌਪਿਕਸ ਲੈ ਕੇ। ਬਹੁਤ ਬਹੁਤ ਧੰਨਵਾਦ ਜੀ। ਸੋ ਜਿੰਨੇ ਵੀ ਮੇਰੇ ਕਾਲਰਸ ਨੇ, ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਨਾਲ ਜੁੜਨ ਦੇ ਲਈ। ਰਾਜੇਸ਼ ਗਿੱਲ ਜੀ ਸਾਡੇ ਨਾਲ ਜੁੜੇ ਹੋਏ ਸੀ। ਅਪਡੇਟਸ ਜਿੰਨੀ ਹੋ ਸਕਦੀ ਹੈ ਕਿਸੇ ਵੀ ਵੱਡੇ ਮੁੱਦੇ ਦੇ ਉੱਤੇ ਅਸੀਂ ਉਹ ਜ਼ਰੂਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਕਾਂਗਰਸ ਦਾ ਕਾਟੋ ਕਲੇਸ ਜਿਸ ਤਰੀਕੇ ਨਾਲ ਚੱਲ ਰਿਹਾ, ਜ਼ਾਹਿਰ ਜੀ ਗੱਲ ਹੈ, ਜਦੋਂ ਅਸੀਂ ਕੈਨੇਡਾ ਬੈਠੇ ਹੁੰਦੇ ਤਾਂ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ, ਬਹੁਤ ਸਾਰੀਆਂ ਕਨਫਿਊਜ਼ਨਸ ਮਾਰਚਦੀਆਂ ਨੇ। ਪਤਾ ਨਹੀਂ ਉੱਥੇ ਕੀ ਹੋ ਜਾਊਗਾ, ਪਤਾ ਨਹੀਂ ਕੀ ਹੁਣ ਮੁੱਖ ਮੰਤਰੀ ਬਣ ਜਾਣਗੇ ਦੋ, ਕੀ ਮੁੱਖ ਮੰਤਰੀ ਕੈਪਟਨ ਰਹਿਣਗੇ ਜਾਂ ਕੁਝ ਵੀ। ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਰਹਿੰਦੇ ਨੇ। ਸੋ ਸ਼ੋਅ ਦੇ ਵਿੱਚ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਇਸ ਟੌਪਿਕ ਦੇ ਵਿੱਚ ਵੱਧ ਤੋਂ ਵੱਧ ਆਪਾਂ ਕੋਈ ਆਪਣੇ ਨਾਲ ਐਕਸਪਰਟਸ ਜੁੜਨ, ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਕਈ ਤਰ੍ਹਾਂ ਦੇ ਕੁਐਸਚਨ ਜਿਹੜੇ ਦਿਮਾਗ ਦੇ ਵਿੱਚ ਹੁੰਦੇ ਨੇ ਉਹ ਕਲੀਅਰ ਹੋ ਸਕਣ। ਸੋ ਹੁਣ ਦੇਖਦੇ ਹਾਂ ਅੱਗੇ ਪੰਜਾਬ ਦੀ ਜਿਹੜੀ ਹਵਾ ਜਿਹੜੀ ਹੈ ਕਿੱਧਰ ਨੂੰ ਜਾਂਦੀ, ਕੀ ਪੰਜਾਬ ਦੀ ਫਿਜ਼ਾ ਦੇ ਵਿੱਚ ਨਵਾਂ ਦੇਖਣ ਨੂੰ ਮਿਲੇਗਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਖਾਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈ ਕੀ ਉਹੀ ਚਿਹਰਾ ਹੋਏਗਾ ਤੇ ਉਪ ਮੁੱਖ ਮੰਤਰੀ ਬਣਨਗੇ ਜਾਂ ਨਹੀਂ ਬਣਨਗੇ, ਜਾਂ ਸੇਮ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਚੋਣਾਂ ਲੜੀਆਂ ਜਾਣਗੀਆਂ। ਤੇ ਸਪੈਸ਼ਲੀ ਜਿਹੜੀਆਂ ਵਿਰੋਧੀ ਧਿਰਾਂ ਨੇ ਔਰ ਖਾਸ ਕਰਕੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਕੀ ਸਟ੍ਰੈਟਜੀ ਅੱਗੇ ਬਣਨ ਜਾ ਰਹੀ ਹੈ, ਇਸ ਤੇ ਵੀ ਜ਼ਰੂਰ ਗੱਲਬਾਤ ਕਰਾਂਗੇ। ਫਿਲਹਾਲ ਦੀ ਇਜਾਜ਼ਤ ਦਿਓ। ਤੁਹਾਡੇ ਸਾਰਿਆਂ ਦਾ ਦਿਨ ਵਧੀਆ ਨਿਕਲੇ। ਸਾਰੇ ਜਣੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਓ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।